ਪਿਆਰੇ ਵਿਦਿਆਰਥੀਓ ਨਮਸਕਾਰ। ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਅੱਜ ਇਸ ਵੀਡੀਓ ਦੇ ਵਿੱਚ ਅਸੀਂ 3 ਫੇਜ਼ ਇੰਡਕਸ਼ਨ ਮੋਟਰ ਦੇ ਬਾਰੇ ਗੱਲ ਕਰਾਂਗੇ। 3 ਫੇਜ਼ ਇੰਡਕਸ਼ਨ ਮੋਟਰ ਦੇ ਸਭ ਤੋਂ ਇੰਪੋਰਟੈਂਟ 40 ਜਿਹੜੇ ਮੋਸਟ ਇੰਪੋਰਟੈਂਟ 40 ਕੁਐਸਚਨਸ ਨੇਗੇ MCQ, ਉਹ ਤੁਹਾਡੇ ਨਾਲ ਆਪਾਂ ਡਿਸਕਸ ਕਰਾਂਗੇ ਅੱਜ। ਇਹਨਾਂ ਕੁਐਸਚਨਸ ਨੂੰ ਦੇਖ ਕੇ ਤੁਹਾਡੇ ਨਾ ਸਿਰਫ ਕੁਐਸਚਨਸ ਕਲੀਅਰ ਹੋਣਗੇ, ਤੇ ਨਾਲ ਜਿਹੜੇ ਹੋਰ ਕਨਸੈਪਟ ਵੀ ਬਣਦੇ ਨੇ 40 ਕੁਐਸਚਨਾਂ ਤੋਂ ਅਲੱਗ ਵੀ ਜਿਹੜੇ ਕਨਸੈਪਟ ਬਣਦੇ ਨੇਗੇ ਉਹ ਵੀ ਤੁਹਾਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਤਾਂ ਲਗਭਗ ਤੁਹਾਡੇ 70 ਤੋਂ 80 ਕੁਐਸਚਨ ਇਸ ਵੀਡੀਓ ਦੇ ਵਿੱਚ ਅੱਜ ਕੰਪਲੀਟ ਹੋਣ ਜਾ ਰਹੇ ਨੇਗੇ। ਤਾਂ ਕੋਸ਼ਿਸ਼ ਕਰਨੀ ਹੈ ਕਿ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਣਾ ਗਾ, ਤੇ ਐਂਡ ਤੱਕ ਦੇਖਣ ਤੋਂ ਬਾਅਦ ਜੋ ਵੀ ਆਪਣੇ ਰਿਵਿਊ ਉਹ ਜ਼ਰੂਰ ਦੱਸਣੇ ਨੇਗੇ। ਤਾਂ ਆਪਾਂ ਸਟਾਰਟ ਕਰਨ ਲੱਗੇ ਆਂਗੇ। ਸਭ ਤੋਂ ਪਹਿਲਾ ਕੁਐਸਚਨ ਵੱਲ ਆਪਾਂ ਵਧਦੇ ਆਂਗੇ। ਸਭ ਤੋਂ ਪਹਿਲੇ ਕੁਐਸਚਨ ਦੇ ਵਿੱਚ ਇਹਨੇ ਕਿਹਾ ਇੰਡਕਸ਼ਨ ਮੋਟਰ ਇਸ ਸਿਧਾਂਤ 'ਤੇ ਕੰਮ ਕਰਦੀ ਹੈ। ਕਿਹੜੇ ਸਿਧਾਂਤ 'ਤੇ ਇੰਡਕਸ਼ਨ ਮੋਟਰ ਸਾਡੀ ਕੰਮ ਕਰਦੀ ਹੈ? ਇਹਦੇ ਵਿੱਚ ਦੇਖੋ ਜੀ, ਲੈਂਜ਼ ਲਾ ਦੇ ਉੱਪਰ ਕੋਈ ਮੋਟਰ ਕੰਮ ਨਹੀਂ ਕਰਦੀ ਹੁੰਦੀ ਹੈਗੀ। ਅੰਪੇਅਰ ਲਾ ਦੇ ਉੱਪਰ ਕੋਈ ਮੋਟਰ ਨਹੀਂ ਕੰਮ ਕਰਦੀ। ਤੀਜੀ ਜਿਹੜੀ ਆਪਸ਼ਨ ਹੈ ਸਾਡੀ ਮਿਊਚੁਅਲ ਇੰਡਕਸ਼ਨ ਦਾ ਸਿਧਾਂਤ। ਇਸ ਸਿਧਾਂਤ ਦੇ ਉੱਪਰ ਸਾਡੀ ਇਹ ਮਸ਼ੀਨ ਹੈ ਜਿਹੜੀ ਇੰਡਕਸ਼ਨ ਮੋਟਰ ਉਹ ਵੀ ਕੰਮ ਕਰਦੀ ਹੈਗੀ, ਤੇ ਇੱਕ ਅਸੀਂ ਮਸ਼ੀਨ ਪਹਿਲਾਂ ਪੜ੍ਹੀ ਸੀ ਉਹ ਵੀ ਕੰਮ ਕਰੇਗੀ। ਪਤਾ ਜੀ ਕਿਹੜੀ ਹੈਗੀ? ਉਹ ਹੈਗਾ ਟਰਾਂਸਫਾਰਮਰ। ਟਰਾਂਸਫਾਰਮਰ ਵੀ ਮਿਊਚੁਅਲ ਇੰਡਕਸ਼ਨ ਦੇ ਉੱਪਰ ਕੰਮ ਕਰਦਾ, ਇੰਡਕਸ਼ਨ ਮੋਟਰ ਵੀ ਮਿਊਚੁਅਲ ਇੰਡਕਸ਼ਨ ਦੇ ਉੱਪਰ ਕੰਮ ਕਰਦੀ ਹੈ। ਤਾਂ ਇਹ ਦੋ ਜਿਹੜੀਆਂ ਸਾਡੀਆਂ ਮਸ਼ੀਨਸ ਨੇਗੀਆਂ ਇਲੈਕਟ੍ਰੀਕਲ ਮਸ਼ੀਨਸ, ਉਹਨਾਂ ਦੋਨਾਂ ਦੇ ਕੰਮ ਕਰਨ ਦਾ ਜਿਹੜਾ ਸਿਧਾਂਤ ਆ ਉਹ ਇੱਕੋ ਹੀ ਆ। ਇੱਕ ਟਰਾਂਸਫਾਰਮਰ, ਇੱਕ ਸਾਡਾ ਜਿਹੜਾ ਟਰਾਂਸਫਾਰਮਰ ਆ ਇਹ, ਇੱਕ ਸਾਡੀ ਇੰਡਕਸ਼ਨ ਮੋਟਰ। ਇੰਡਕਸ਼ਨ ਮੋਟਰ ਤੇ ਟਰਾਂਸਫਾਰਮਰ ਦੋਨਾਂ ਦੇ ਕੰਮ ਕਰਨ ਦਾ ਜਿਹੜਾ ਸਿਧਾਂਤ ਹੈਗਾ ਉਹ ਕੀ ਹੈਗਾ? ਮਿਊਚੁਅਲ ਇੰਡਕਸ਼ਨ ਆ। ਮਿਊਚੁਅਲ ਇੰਡਕਸ਼ਨ ਹੁੰਦੀ ਕੀ ਆ, ਮੈਂ ਤੁਹਾਨੂੰ ਇੱਕ ਲਾਈਨ ਦੇ ਵਿੱਚ ਇਹ ਦੱਸ ਵੀ ਦਿੰਦਾ ਹੈਗਾ। ਮੰਨ ਲਓ ਸਾਡੇ ਕੋਲੇ ਇੱਕ ਕੋਰ ਹੈਗੀ। ਇਸ ਕੋਰ ਦੇ ਇੱਕ ਪਾਸੇ ਤੁਸੀਂ ਕੋਈ ਨਾ ਕੋਈ ਵਾਈਂਡਿੰਗ ਪਾਈ ਹੋਈ ਹੈਗੀ, ਇੱਕ ਕਾਪਰ ਦੀ ਕੋਈ ਕੋਇਲ ਪਾਈ ਹੋਈ ਆ। ਇਸ ਕੋਇਲ ਨੂੰ ਇੱਥੇ ਜਦੋਂ ਤੁਸੀਂ ਜੇ AC ਸਪਲਾਈ ਦਿਓਗੇ, AC ਸਪਲਾਈ ਦੇਣ ਦੇ ਨਾਲ ਸਾਨੂੰ ਪਤਾ ਵੀ AC ਸਪਲਾਈ ਆ ਜਿਹੜੀ ਉਹ ਕਦੇ ਵੱਧਦੀ ਆ, ਕਦੇ ਘਟਦੀ ਆ, ਕਦੇ ਵੱਧਦੀ ਆ, ਕਦੇ ਘਟਦੀ ਆ। ਤਾਂ AC ਸਪਲਾਈ ਜਦੋਂ ਵਧੇਗੀ ਤੇ ਘਟੇਗੀ, ਵਧਣ ਘਟਣ ਦੇ ਨਾਲ ਇਸ ਕੋਰ ਦੇ ਅੰਦਰਲੇ ਪਾਸੇ ਫਲਕਸ ਆ ਜਿਹੜੀ ਉਹ ਵੀ ਵਧੇ ਘਟੇਗੀ। ਜਦੋਂ ਫਲਕਸ ਵਧੇ ਘਟੇਗੀ ਤਾਂ ਹਮੇਸ਼ਾ ਕੀ ਕਰੇਗੀ? ਇਹ ਕੋਲੇ ਪਈ ਕੋਇਲ ਦੇ ਜਿਹੜੀ ਵੱਧਦੀ ਘਟਦੀ ਫਲਕਸ ਹੈਗੀ, ਜਦੋਂ ਕਿਸੇ ਕੋਲੇ ਪਈ, ਇਸ ਕੋਇਲ ਦੀ ਗੱਲ ਨਹੀਂ ਹੋ ਰਹੀ ਹੈਗੀ, ਜਦੋਂ ਕਿਸੇ ਕੋਲੇ ਪਈ ਕਿਸੇ ਹੋਰ ਕੋਇਲ ਦੇ ਨਾਲ ਲਿੰਕ ਕਰੇਗੀ ਤਾਂ ਇਸ ਕੋਇਲ ਦੇ ਵਿੱਚ ਵੀ ਇੱਕ ਵੋਲਟੇਜ ਪੈਦਾ ਹੋ ਜਾਏਗੀ। ਤਾਂ ਜਦ ਕਿ ਕਰੰਟ ਇਹਦੇ ਵਿੱਚ ਫਲੋ ਹੋ ਰਿਹਾ, ਇਹਦੇ ਕਰੰਟ ਫਲੋ ਹੋਣ ਕਰਕੇ ਜਿਹੜੀ ਚੁੰਬਕ ਪੈਦਾ ਹੋਈ ਆ ਉਹਦੇ ਵਿੱਚ ਕਰੰਟ ਕਿਹਦੇ ਵਿੱਚ ਪੈਦਾ ਕਰਤਾ? ਇੱਧਰਲੀ 'ਚ। ਤਾਂ ਇਸ ਪੂਰੇ ਸਿਧਾਂਤ ਦਾ ਨਾਮ ਹੈਗਾ ਜੀ ਸਾਡਾ ਮਿਊਚੁਅਲ ਇੰਡਕਸ਼ਨ। ਓਕੇ ਜੀ। ਇੱਕ 3 ਫੇਸ ਸਲਿਪ ਰਿੰਗ ਇੰਡਕਸ਼ਨ ਮੋਟਰ ਦਾ ਰੋਟਰ ਜਿਹੜਾ ਕਿ ਡੈਲਟਾ ਕਨੈਕਟਡ ਹੈ ਹੋਵੇਗਾ। ਕੀ ਹੋਵੇਗਾ ਇਹਦੇ ਬਾਰੇ ਕੁਝ ਨਹੀਂ ਦੱਸਿਆ ਗਿਆ। ਤਾਂ ਇਹ ਗਲਤੀਆਂ ਹੁੰਦੀਆਂ ਨੇ ਜੋ ਤੁਹਾਡੀਆਂ ਕਿਤਾਬਾਂ ਕਰਦੀਆਂ ਨੇਗੀਆਂ। ਜ਼ਿਆਦਾਤਰ ਜਿਹੜੀਆਂ ITI ਦੀਆਂ ਜਿਹੜੀਆਂ ਆਬਜੈਕਟਿਵ ਟਾਈਪ ਬੁੱਕਸ ਨੇਗੀਆਂ ਉਹਨਾਂ ਸਾਰਿਆਂ ਦੇ ਵਿੱਚ ਗਲਤੀਆਂ ਬਹੁਤ ਨੇਗੀਆਂ। ਮੈਂ ਤੁਹਾਨੂੰ ਇਹਦਾ ਸਹੀ ਕਨਸੈਪਟ ਸਮਝਾ ਦਿੰਦਾ ਵੀ ਸਹੀ ਕਨਸੈਪਟ ਕੀ ਹੁੰਦਾ। ਪੇਪਰ ਦੇ ਵਿੱਚ ਜਿਹੜਾ ਵੀ ਕੁਐਸਚਨ ਆਊਗਾ ਤਾਂ ਕਿ ਉਹਦਾ ਤੁਸੀਂ ਸੋਲੂਸ਼ਨ ਦੇ ਸਕੋ। ਤਾਂ ਇਹ ਗਲਤ ਲਿਖਿਆ ਹੋਏਗਾ। ਕੀ ਹੋਵੇਗਾ ਦੱਸਿਆ ਤਾਂ ਹੋਇਆ ਨਹੀਂ ਕੁਛ। ਜਿਹਨੇ ਕਿਹਾ ਲਿਖਿਆ ਹੁੰਦਾ ਵੀ ਸਟੇਟਰ ਕੀ ਹੋਵੇਗਾ, ਸਟੇਟਰ, ਫਿਰ ਵੀ ਆਪਾਂ ਮੰਨ ਲੈਂਦੇ। ਜਾਂ ਇੱਥੇ ਲਿਖਿਆ ਹੁੰਦਾ ਰੋਟਰੀ ਥਾਂ 'ਤੇ ਇੱਥੇ ਸਟੇਟਰ ਲਿਖਿਆ ਹੁੰਦਾ ਤੇ ਇੱਥੇ ਰੋਟਰ ਪੁੱਛਿਆ ਹੁੰਦਾ ਤਾਂ ਵੀ ਮੰਨ ਲੈਂਦੇ। ਦੇਖੋ ਸਾਡੇ ਕੋਲੇ ਹਜੇ ਤੱਕ ਅਸੀਂ ਪੜ੍ਹੀਆਂ ਨੇ 2 ਮੋਟਰਾਂ। ਜਿਹੜੀ ਤਾਂ ਪੜ੍ਹੀ ਹੈ ਸਕਰਲ ਕੇਜ, ਉਹਨੂੰ ਤਾਂ ਆਪਾਂ ਇੱਥੇ ਬਾਉਂਡ ਅਪ ਕਰ ਦਿਆਂਗੇ। ਸਕਰਲ ਕੇਜ ਦੇ ਵਿੱਚ ਜਿਹੜਾ ਰੋਟਰ ਹੁੰਦਾ ਗਾ ਉਹ ਰੋਟਰ ਸ਼ਾਰਟ ਸਰਕਟ ਹੁੰਦਾ ਗਾ। ਉਹ ਸ਼ਾਰਟ ਸਰਕਟ ਹੁੰਦਾ ਗਾ ਦੋਨੇ ਪਾਸਿਓਂ। ਨਾ ਉਹ ਸਟਾਰ ਹੁੰਦਾ ਗਾ, ਨਾ ਉਹ ਡੈਲਟਾ ਹੁੰਦਾ, ਦੋਨਾਂ 'ਚੋਂ ਕੁਛ ਵੀ ਨਹੀਂ ਹੁੰਦਾ, ਉਹ ਸ਼ਾਰਟ ਸਰਕਟ ਹੁੰਦਾ ਗਾ। ਇਹ ਕਿਹਦੀ ਗੱਲ ਆ ਗਈ? ਸਕਰਲ ਕੇਜ ਮੋਟਰ ਦੀ। ਪਰ ਜਦੋਂ ਆਪਾਂ ਗੱਲ ਅੱਛਾ, ਤੇ ਜਿਹੜਾ ਇਹਦਾ ਸਟੇਟਰ ਹੁੰਦਾ ਗਾ, ਜਿਹੜਾ ਇਹਦਾ ਸਟੇਟਰ ਹੁੰਦਾ ਗਾ ਉਹ ਹਮੇਸ਼ਾ ਅਸੀਂ ਡੈਲਟਾ ਕਨੈਕਟਡ ਰੱਖਣਾ ਗਾ। ਸਿਰਫ ਇੱਕ ਚੀਜ਼ ਨੂੰ ਛੱਡ ਕੇ, ਜਦੋਂ ਸਟਾਰਟਿੰਗ ਹੁੰਦੀ ਆ, ਜਦੋਂ ਸਟਾਰਟਿੰਗ ਹੁੰਦੀ ਆ ਉਸ ਵੇਲੇ ਉਹਨੂੰ ਅਸੀਂ ਸਟਾਰ ਦੇ ਵਿੱਚ ਕਨਵਰਟ ਕਰ ਸਕਦੇ ਆਂਗੇ। ਕਿਉਂਕਿ ਸਟਾਰ ਦੇ ਵਿੱਚ ਕਨਵਰਟ ਕਰਨ ਦੇ ਨਾਲ ਸਟਾਰ ਦੇ ਵਿੱਚ ਜਿਹੜਾ ਸਟਾਰਟਿੰਗ ਕਰੰਟ ਹੁੰਦਾ ਗਾ ਸਾਡਾ ਉਹ ਘੱਟ ਲੈਂਦੀ ਆ ਮੋਟਰ। ਇਹ ਗੱਲ ਯਾਦ ਰੱਖਣੀ ਆ। ਇਹ ਗੱਲ ਦੋਨਾਂ ਵਾਸਤੇ ਸਹੀ ਹੋਵੇਗੀ। ਅਗਲੀ ਜਿਹੜੀ ਦੂਜੀ ਮੋਟਰ ਹੁੰਦੀ ਆ ਸਲਿਪ ਰਿੰਗ ਇੰਡਕਸ਼ਨ ਮੋਟਰ। ਜਿਹਨੂੰ ਨਹੀਂ ਪਤਾ ਉਹ ਵੀਡੀਓ ਸਾਡੇ ਜਿਹੜੀਆਂ ਬਣੀਆਂ ਹੋਈਆਂ ਨੇ, ਕੋਰਸ ਜਿਨ੍ਹਾਂ ਨੇ ਲੈਤਾ ਹੋਇਆ ਉਹਨਾਂ ਨੂੰ ਪਤਾ ਹੋਏਗਾ, ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਐਕਸਪਲੇਨ ਕੀਤਾ ਹੋਏਗਾ। ਕਿਉਂਕਿ ਇਹਨਾਂ ਦੇ ਵਿੱਚੋਂ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਹੈਗੇ। ਕਈ ਵਾਰੀ ਆਬਜੈਕਟਿਵ ਟਾਈਪ ਕੁਐਸਚਨ ਸਾਡੀਆਂ ਬੁੱਕਸ ਦੇ ਵਿੱਚ ਨਹੀਂ ਵੀ ਹੁੰਦੇ, ਉਹ ਵੀ ਪੁੱਛੇ ਜਾਂਦੇ ਆ। ਤਾਂ ਜ਼ਰੂਰੀ ਇਹ ਆ ਵੀ ਸਾਡਾ ਕਨਸੈਪਟ ਜ਼ਰੂਰ ਕਲੀਅਰ ਹੋਵੇ। ਤਾਂ ਜੇ ਹਜੇ ਤੱਕ ਵੀ ਤੁਹਾਡੇ 'ਚੋਂ ਕਿਸੇ ਨੇ ਨਹੀਂ ਕੋਰਸ ਲੈਤਾ ਤਾਂ ਕੋਰਸ ਜ਼ਰੂਰ ਪਰਚੇਜ਼ ਕਰੋ। ਸਲਿਪ ਰਿੰਗ ਇੰਡਕਸ਼ਨ ਮੋਟਰ ਹੈਗੀ ਜਿਹੜੀ, ਇਹਦੇ ਵਿੱਚ 2 ਚੀਜ਼ਾਂ ਨੇ। ਇੱਕ ਹੈਗਾ ਬੱਚੇ ਸਟੇਟਰ, ਇੱਕ ਹੈਗਾ ਰੋਟਰ। ਹੁਣ ਰੋਟਰ ਹੁੰਦਾ ਗਾ ਜਿਹੜਾ, ਰੋਟਰ ਦੇ ਵਿੱਚ ਅਸੀਂ ਸਲਿਪ ਰਿੰਗਸ ਲਗਾ ਕੇ ਹਮੇਸ਼ਾ ਉਹਦੇ ਜਿਹੜੇ ਕਨੈਕਸ਼ਨ ਨੇਗੇ ਉਹ ਬਾਹਰ ਕੱਢੇ ਹੁੰਦੇ ਨੇ ਨਾ। ਇੱਥੇ ਆਪਾਂ ਸਲਿਪ ਰਿੰਗਸ ਲਗਾ ਕੇ ਇਹਦੇ ਕਨੈਕਸ਼ਨ ਬਾਹਰ ਕੱਢੇ ਹੁੰਦੇ, ਜਿਹਦੇ ਨਾਲ ਕੀ ਜੋੜਿਆ ਹੁੰਦਾ ਗਾ ਅਸੀਂ?
ਰੈਜ਼ਿਸਟੈਂਸ ਜੋੜੀ ਹੁੰਦੀ ਹੈ ਬਾਹਰਲੇ ਪਾਸਿਓਂ। ਤਾਂ ਇਹ ਰੈਜ਼ਿਸਟੈਂਸ ਆ ਜਿਹੜੀ ਹੈ ਹਮੇਸ਼ਾ ਸਟਾਰ ਦੇ ਵਿੱਚ ਜੋੜੀ ਜਾਏਗੀ, ਇਹ ਯਾਦ ਰੱਖਣੀ ਆਪਾਂ। ਰੋਟਰ ਆ ਜਿਹੜਾ, ਸਲਿਪ ਰਿੰਗ ਦਾ ਰੋਟਰ ਆ ਜਿਹੜਾ, ਉਹ ਸਟਾਰ ਦੇ ਵਿੱਚ ਜੋੜਿਆ ਜਾਂਦਾ, ਤੇ ਜਦੋਂ ਸ਼ਾਰਟ ਕੀਤਾ ਜਾਂਦਾ ਉਦੋਂ ਇਦਾਂ ਸ਼ਾਰਟ ਕਰ ਦਿੱਤਾ ਜਾਂਦਾ ਉਹਨੂੰ। ਠੀਕ ਹੈ। ਦੂਜੀ ਗੱਲ ਇੱਧਰ ਆ ਜਾਓ ਹੁਣ, ਜਿਹੜਾ ਸਟੇਟਰ ਹੈਗਾ ਇਹ ਸੇਮ ਉਸੇ ਮਸ਼ੀਨ ਵਾਂਗੂ ਇਹਦਾ ਜਿਹੜਾ ਸਟੇਟਰ ਹੈਗਾ ਹਮੇਸ਼ਾ ਉਹ ਜੋੜਿਆ ਹੋਣਾ ਚਾਹੀਦਾ ਡੈਲਟਾ ਦੇ ਵਿੱਚ, ਪਰ ਸਟਾਰਟਿੰਗ ਵੇਲੇ ਅਸੀਂ ਸਟਾਰ ਦੇ ਵਿੱਚ ਜੋੜ ਸਕਦੇ ਹਾਂ। 20 HP ਤੋਂ ਉੱਪਰ ਵਾਲੀਆਂ ਜਿੰਨੀਆਂ ਮੋਟਰਾਂ ਹੁੰਦੀਆਂ ਨੇਗੀਆਂ ਸਾਡੀਆਂ, ਉਹਨਾਂ ਨੂੰ ਸਟਾਰਟ ਕਰਨ ਵਾਸਤੇ ਸਾਨੂੰ ਸਟਾਰ ਡੈਲਟਾ ਸਟਾਰਟਰ ਲਾਉਣਾ ਪੈਂਦਾ। ਜ਼ਿਆਦਾਤਰ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਟਾਰਟਿੰਗ ਦੇ ਵਿੱਚ ਮੋਟਰ ਸਟਾਰ ਦੇ ਵਿੱਚ ਚੱਲਦੀ ਹੈ। ਇਹ ਸਟਾਰ ਹੁੰਦਾ ਕੀ ਹੈਗਾ, ਇਹ ਸਟਾਰ ਹੁੰਦਾ ਗਾ ਸਾਡਾ ਕੀ ਭਲਾ, ਇਹ ਹੁੰਦਾ ਗਾ ਸਾਡਾ ਸਟੇਟਰ। ਸਟੇਟਰ ਪਹਿਲਾਂ ਸਟਾਰ ਕਨੈਕਟਡ ਹੁੰਦਾ ਗਾ, ਉਸ ਤੋਂ ਬਾਅਦ ਇਹ ਡੈਲਟਾ ਕਨੈਕਟਡ ਹੋ ਜਾਂਦਾ ਹੁੰਦਾ ਗਾ। ਇਹਦਾ ਬਹੁਤ ਵੱਡਾ ਕਾਰਨ ਹੈਗਾ ਵੀ ਡੈਲਟਾ ਦੇ ਵਿੱਚ ਜਿਹੜੀ ਪਾਵਰ ਹੁੰਦੀ ਹੈਗੀ, ਉਹ ਪਾਵਰ ਹੁੰਦੀ ਜਿਹੜੀ ਉਹ 3 ਗੁਣਾ ਵੱਧ ਜਾਂਦੀ ਹੈਗੀ। ਮੰਨ ਲਓ ਸਾਡੇ ਕੋਲੇ ਤੁਸੀਂ 30 HP ਦੀ ਇੱਕ ਮੋਟਰ ਲੈ ਕੇ ਆਏ, ਜੇ ਉਹਨੂੰ ਸਟਾਰ ਦੇ ਵਿੱਚ ਜੋੜੋਗੇ ਨਾ, ਮੰਨ ਲਓ ਇਹ 30 HP ਦੀ ਮੋਟਰ ਡੈਲਟਾ ਦੇ ਵਿੱਚ ਕਨੈਕਟ ਹੋ ਕੇ ਆਈ ਹੋਈ ਹੈ, ਜੇ ਇਹਨੂੰ ਸਟਾਰ 'ਚ ਜੋੜੋਗੇ ਸਿਰਫ 10 HP ਦੀ ਰਹਿ ਜਾਏਗੀ। ਡੈਲਟਾ ਦੇ ਵਿੱਚ ਇਹ ਕਿੰਨੇ ਤੇ ਚੱਲੇਗੀ, ਡੈਲਟਾ ਦੇ ਵਿੱਚ ਇਹ ਤੇ ਚੱਲੇਗੀ 30 HP ਤੇ। ਤਾਂ ਇੰਨਾ ਜ਼ਿਆਦਾ ਵੱਡਾ ਡਿਫਰੈਂਸ ਹੁੰਦਾ ਹੈਗਾ। ਇਸ ਲਈ ਸਾਡਾ ਜਿਹੜਾ ਸਟੇਟਰ ਹੈ ਹਮੇਸ਼ਾ ਉਹ ਡੈਲਟਾ ਦੇ ਵਿੱਚ ਜੁੜਿਆ ਹੋਣਾ ਚਾਹੀਦਾ, ਸਟਾਰ 'ਚ ਨਹੀਂ ਜੁੜਿਆ ਹੋਣਾ ਚਾਹੀਦਾ। ਕਲੀਅਰ ਹੋ ਗਈ ਜੀ ਗੱਲ। ਇਹ ਅੱਗੇ ਵਧਦੇ ਆਂਗੇ ਆਪਾਂ। ਅਗਲਾ ਕੁਐਸਚਨ ਆ ਜਿਹੜਾ, ਇਹ ਸਮਝਣ ਵਾਲਾ ਕੁਐਸਚਨ ਆ। ਇੱਕ 3 ਫੇਸ ਇੰਡਕਸ਼ਨ ਮੋਟਰ ਦਾ ਜਿਹੜਾ ਰੋਟਰ ਹੈਗਾ, ਰੋਟਰ ਰੋਟੇਟਿੰਗ ਫੀਲਡ ਦੀ ਦਿਸ਼ਾ ਵਿੱਚ ਘੁੰਮਦਾ ਹੈ। ਮਤਲਬ ਮੰਨ ਲਓ ਸਾਡੇ ਕੋਲੇ ਇੱਕ ਕੋਈ ਇੰਡਕਸ਼ਨ ਮੋਟਰ ਹੈਗੀ, ਇੱਕ ਇੰਡਕਸ਼ਨ ਮੋਟਰ ਹੈਗੀ ਸਾਡੀ, ਜਿੱਧਰਲੇ ਪਾਸੇ ਕਹਿੰਦਾ ਤਾਂ ਰੋਟਰ ਘੁੰਮਦਾ। ਠੀਕ ਹੈ। ਉਸੇ ਡਾਇਰੈਕਸ਼ਨ ਦੇ ਵਿੱਚ ਜਿਹੜਾ ਇਹਦਾ ਸਟੇਟਰ ਹੁੰਦਾ ਉਹ ਵੀ ਉੱਧਰ ਹੀ ਘੁੰਮਦਾ। ਆਪਾਂ ਦੁਬਾਰੇ ਪੜ੍ਹਦੇ ਹਾਂ ਕੁਐਸਚਨ। ਇੱਕ 3 ਫੇਸ ਇੰਡਕਸ਼ਨ ਮੋਟਰ ਦਾ ਰੋਟਰ ਰੋਟੇਟਿੰਗ ਫੀਲਡ ਦੀ ਦਿਸ਼ਾ ਵਿੱਚ ਘੁੰਮਦਾ ਹੈ। ਇੱਥੇ ਰਾਜੇ ਰੋਟਰ ਰੋਟੇਟਿੰਗ ਫੀਲਡ ਨਹੀਂ ਹੋਣਾ, ਇੱਥੇ ਹੋਊਗਾ ਸਟੇਟਰ ਰੋਟੇਟਿੰਗ ਫੀਲਡ। ਉਹ ਕਹਿੰਦਾ ਜਿੱਧਰਲੇ ਪਾਸੇ ਸਟੇਟਰ ਘੁੰਮਦਾ ਸਾਡਾ, ਉੱਧਰਲੇ ਪਾਸੇ ਹੀ ਰੋਟਰ ਘੁੰਮਦਾ। ਇਸ ਚੀਜ਼ ਦੀ ਵਿਆਖਿਆ ਕਿਹਨੇ ਦਿੱਤੀ ਸੀ? ਇਹ ਜਿਹੜੀ ਵਿਆਖਿਆ ਹੈਗੀ ਇਹ ਹੈਗੀ ਹੈ ਲੈਂਜ਼ ਲਾ ਦੀ। ਇਹ ਯਾਦ ਰੱਖਣਾ, ਜਿਹੜਾ ਮੋਟਰ ਦਾ ਪ੍ਰਿੰਸੀਪਲ ਆ ਉਹ ਲੈਂਜ਼ ਲਾ 'ਤੇ ਡਿਪੈਂਡ ਨਹੀਂ ਕਰਦਾ ਹੈਗਾ, ਪਰ ਮੋਟਰ ਦੀ ਘੁੰਮਣ ਦੀ ਦਿਸ਼ਾ ਹੈਗੀ ਜਿਹੜੀ ਉਹ ਫੀਲਡ ਦੇ ਵਾਲੇ ਪਾਸੇ ਹੁੰਦੀ ਹੈਗੀ। ਜਿੱਧਰ ਨੂੰ ਫੀਲਡ ਘੁੰਮਦਾ ਉੱਧਰਲੇ ਪਾਸੇ ਰੋਟਰ ਘੁੰਮਦਾ ਹੈਗਾ। ਇਹ ਜਿਹੜੀ ਡੈਫੀਨੇਸ਼ਨ ਹੈ ਇਹ ਲੈਂਜ਼ ਲਾ ਨੇ ਦੱਸੀ ਹੋਈ ਹੈਗੀ। ਠੀਕ ਹੈ। ਵਰਕਿੰਗ 'ਚ ਬਹੁਤ ਚੰਗੀ ਤਰ੍ਹਾਂ ਦੱਸਿਆ ਹੋਇਆ ਰਾਜੇ, ਘੱਟੋ ਘੱਟ 5-7 ਮਿੰਟ ਦਾ ਟੌਪਿਕ ਹੈਗਾ। ਇੱਕ ਹਲਕਾ ਜਿਹਾ ਹਿੰਟ ਦੇ ਦਿੰਦਾ ਗਾ ਵੀ ਜਦੋਂ ਸਾਡੇ ਕੋਲੇ ਸਟੇਟਰ ਜਦੋਂ ਤੁਸੀਂ 3 ਫੇਸ ਸਪਲਾਈ ਦਿੰਦੇ ਆ ਸਟੇਟਰ ਨੂੰ, ਤਾਂ ਸਾਡੇ ਕੋਲ ਇੱਕ ਰੋਟੇਟਿੰਗ ਫਲਕਸ ਪੈਦਾ ਹੋ ਜਾਂਦੀ ਹੈਗੀ। ਤੇ ਜਦੋਂ ਉਹ ਇੱਥੇ ਕੰਡਕਟਰ ਜਿਹੜੇ ਫਿਕਸ ਪਏ ਹੁੰਦੇ ਉਹਨਾਂ ਨੂੰ ਕੱਟ ਕਰਦੀ ਹੈ ਤਾਂ ਇਹਨਾਂ ਦੇ ਵਿੱਚ ਕਰੰਟ ਪੈਦਾ ਹੁੰਦਾ। ਤਾਂ ਕਰੰਟ ਦੇ ਜਿਹੜਾ ਪੈਦਾ ਹੋਇਆ ਹੈਗਾ ਲੈਂਜ਼ ਲਾ ਦੇ ਹਿਸਾਬ ਨਾਲ ਇਹ ਹਮੇਸ਼ਾ ਅਪੋਜ਼ ਕਰਦਾ ਹੈਗਾ, ਜਿਹਦੇ ਕਰਕੇ ਇਹ ਪੈਦਾ ਹੋਇਆ। ਪੈਦਾ ਕਿਹਦੇ ਕਰਕੇ ਹੋਇਆ? ਘੁੰਮਣ ਕਰਕੇ। ਤੇ ਕੋਸ਼ਿਸ਼ ਕਰਦਾ ਮੈਂ ਵੀ ਘੁੰਮ ਕੇ ਇਹਦੇ ਬਰਾਬਰ ਆ ਜਾ ਤਾਂ ਕਿ ਮੇਰੇ ਅੰਦਰ ਕਰੰਟ ਪੈਦਾ ਹੋਣਾ ਬੰਦ ਹੋ ਜਾਵੇ। ਤਾਂ ਇਸ ਚੱਕਰ ਦੇ ਵਿੱਚ ਆ ਵੀ ਘੁੰਮਦਾ ਰਹਿੰਦਾ ਹੈਗਾ, ਆ ਵੀ ਘੁੰਮਦਾ ਰਹਿੰਦਾ, ਇਹ ਤੋਂ ਬਰਾਬਰ ਤੇ ਇਹਦੇ ਆਇਆ ਨਹੀਂ ਜਾਂਦਾ। ਜਿੰਨੇ ਦੇ ਉੱਪਰ ਸਟੇਟਰ ਘੁੰਮਦਾ ਹੁੰਦਾ ਉਹਨੇ ਤੇ ਤਾਂ ਆਇਆ ਨਹੀਂ ਜਾਂਦਾ ਇਹ ਤੋਂ। ਤਾਂ ਸਾਡਾ ਰੋਟਰ ਆ ਜਿਹੜਾ ਉਸੇ ਡਾਇਰੈਕਸ਼ਨ 'ਚ ਘੁੰਮੀ ਜਾਓ ਜਿੱਧਰਲੇ ਪਾਸੇ ਤੁਹਾਡਾ ਮੇਨ ਫੀਲਡ ਘੁੰਮਦਾ ਹੁੰਦਾ ਹੈਗਾ। ਤਾਂ ਇਹ ਲੈਂਜ਼ ਲਾ ਨੇ ਦੱਸਿਆ ਸੀ। ਠੀਕ ਹੋ ਗਈ ਜੀ ਗੱਲ। ਅੱਗੇ ਦੇਖੋ ਜੀ, 3 ਫੇਸ ਇੰਡਕਸ਼ਨ ਮੋਟਰ ਦੇ ਘੁੰਮਣ ਦੀ ਦਿਸ਼ਾ ਨੂੰ ਇਸ ਤਰ੍ਹਾਂ ਉਲਟਾ ਕੀਤਾ ਜਾ ਸਕਦਾ ਹੈ। ਕਿਸੇ ਲੀਡ ਨੂੰ ਦੇਖੋ ਇਹਨਾਂ ਨੇ ਕੀ ਲਿਖਿਆ ਬਾਅਦ 'ਚੋਂ ਦੇਖਾਂਗੇ। ਆਰ ਫੇਸ, ਵਾਈ ਫੇਸ, ਵੀ ਫੇਸ, 3 ਫੇਸ ਆ ਰਹੇ ਨੇਗੇ ਤੁਹਾਡੇ। ਇੱਧਰਲੇ ਪਾਸੇ 1 2 3 ਇਹ ਤੁਹਾਡੇ ਮੋਟਰ ਦੇ ਫੇਸ ਨੇਗੇ। ਆਹ ਤੁਹਾਡੀ ਬਾਹਰੋਂ ਸਪਲਾਈ ਆ, ਲਾਈਨ ਆ ਗਈ ਹੈ ਸਾਡੀ, ਆਹ ਸਾਡੀ ਮੋਟਰ। ਜੇ ਪਹਿਲਾਂ ਸਪੋਜ਼ ਕਰੋ ਇਹ ਆਰ ਵਾਈ ਵੀ ਇੱਦਾਂ ਜੁੜਿਆ ਹੋਇਆ ਹੈਗਾ, ਅਤੇ ਮੰਨ ਲਓ ਸਾਨੂੰ ਪਤਾ ਲੱਗਿਆ ਵੀ ਸਾਡੇ ਮੋਟਰ ਦੇ ਜਿਹੜੇ ਕਨੈਕਸ਼ਨ ਨੇ, ਮੋਟਰ ਸਾਡੀ ਪੁੱਠੀ ਘੁੰਮ ਰਹੀ ਹੈਗੀ, ਪਾਣੀ ਕੱਢ ਨਹੀਂ ਰਹੀ ਹੈਗੀ, ਤਾਂ ਅਸੀਂ ਕੋਈ ਵੀ 2 ਕਨੈਕਸ਼ਨਾਂ ਨੂੰ ਇੱਥੋਂ ਖੋਲਾਂਗੇ ਅਤੇ ਆਪਸ ਦੇ ਵਿੱਚ ਪੁੱਠੇ ਜੋੜ ਦਾਂਗੇ। ਇੱਧਰਲੇ ਪਾਸੇ ਇਹਨੂੰ ਇਹਦੇ ਨਾਲ ਜੋੜ ਦਾਂਗੇ, ਇਹਨੂੰ ਇਹਦੇ ਨਾਲ ਜੋੜ ਦਾਂਗੇ, ਤਾਂ ਸਾਡੀ ਜਿਹੜੀ ਡਾਇਰੈਕਸ਼ਨ ਹੈਗੀ ਉਹ ਸਿੱਧੀ ਹੋ ਜੂ। ਇਹਦਾ ਮਤਲਬ ਕੀ ਕਰ ਸਕਦੇ ਹਾਂ ਅਸੀਂ, ਜਿਹੜੀ ਸਪਲਾਈ ਟਰਮੀਨਲ ਨੇਗੇ ਉਹਨਾਂ ਦੇ ਵਿੱਚੋਂ ਕਿਸੇ 2 ਨੂੰ, ਇੱਕ ਨੂੰ ਫਿਕਸ ਰੱਖ ਲੈਣਾ ਗਾ, ਕਿਸੇ 2 ਨੂੰ ਪੁੱਠਾ ਕਰ ਦਿਓ। ਇਹ ਜ਼ਰੂਰੀ ਨਹੀਂ ਹੈਗਾ ਇਹਨਾਂ ਨੂੰ ਇਹ ਕਰਨਾ, ਇੱਦਾਂ ਵੀ ਕਰ ਲਓ ਚਾਹੇ ਵੀ ਇਹਨੂੰ ਫਿਕਸ ਰੱਖ ਲਓ, ਇਹਨਾਂ ਦੋਨਾਂ ਨੂੰ ਆਪਸ 'ਚ ਪੁੱਠੇ ਕਰ ਦਿਓ। ਤਾਂ ਕਿਸੇ ਵੀ 2 ਕਨੈਕਸ਼ਨਾਂ ਨੂੰ ਪੁੱਠੇ ਕਰਕੇ ਅਸੀਂ ਸਾਡੀ ਮੋਟਰ ਨੂੰ ਪੁੱਠਾ ਘੁਮਾ ਸਕਦੇ ਹਾਂ। ਹੁਣ ਆ ਜਾਂਦੇ ਇੱਥੇ, ਕਿਸੇ 2 ਲੀਡ ਨੂੰ ਸਪਲਾਈ ਦੇ ਟਰਾਂਸਪੋਜ਼ ਕਰਕੇ ਸਲਿਪ ਰਿੰਗ ਤੋਂ ਕਿਸੇ 2 ਲੀਡ ਨੂੰ, ਸਲਿਪ ਰਿੰਗ ਤੋਂ ਕੋਈ ਫਰਕ ਨਹੀਂ ਪੈਂਦਾ, ਸਾਰੇ ਤਿੰਨੇ ਫੇਸਾਂ ਨੂੰ ਪੁੱਠਾ ਕਰ ਦੋਗੇ ਫਿਰ ਕੋਈ ਫਰਕ ਨਹੀਂ ਪੈਣਾ ਹੈਗਾ। ਇੱਕ ਫੇਸ ਕੱਟ ਕੇ ਤਾਂ ਮੋਟਰ ਚੱਲਣੀ ਹੋਣੀ ਹੈਗੀ। ਤਾਂ ਆਨਸਰ ਸਾਡਾ ਕੀ ਹੈਗਾ ਜੀ, ਕਿਸੇ 2 ਲੀਡ ਨੂੰ, ਸਪਲਾਈ ਦੀ 2 ਲੀਡ ਨੂੰ ਟਰਾਂਸਪੋਜ਼ ਕਰਨਾ ਹੁੰਦਾ, ਉਲਟਾ ਕਰਨਾ, ਉਲਟਾ ਕਰਕੇ ਰੱਖਣਾ। ਠੀਕ ਹੈ, ਜਿਵੇਂ ਕਿ ਆਪਾਂ ਕੀਤੇ ਸੀ ਉਲਟੇ, ਇਹਨੂੰ ਇੱਧਰ ਇਹਨੂੰ ਇੱਧਰ। ਚਲੋ, ਸਿੰਕਰੋਨਸ ਸਪੀਡ ਅਤੇ ਸਪੀਡ ਹੈ
ਜਿਸ ਤੇ ਅਤੇ ਨਹੀਂ ਉਹ ਸਪੀਡ ਹੈ। ਸਿੰਕਰੋਨਸ ਸਪੀਡ ਉਹ ਸਪੀਡ ਹੈ ਜਿਸ ਤੇ ਕੌਣ ਘੁੰਮਦਾ। ਦੇਖੋ ਰੋਟਰ ਕਦੇ ਨਹੀਂ ਘੁੰਮਦਾ, ਰੋਟਰ ਨਾ ਤਾਂ ਫੁੱਲ ਲੋਡ ਤੇ ਘੁੰਮ ਸਕਦਾ ਹੈਗਾ ਸਿੰਕਰੋਨਸ ਸਪੀਡ ਤੇ, ਨਾ ਨੋ ਲੋਡ ਤੇ ਘੁੰਮ ਸਕਦਾ। ਸਿੰਕਰੋਨਸ ਸਪੀਡ ਤੇ ਇੰਡਕਸ਼ਨ ਮੋਟਰ ਦੇ ਵਿੱਚ ਸਿਰਫ ਇੱਕੋ ਹੀ ਚੀਜ਼ ਘੁੰਮਦੀ ਹੈਗੀ, ਸਟੇਟਰ ਦਾ ਮੈਗਨੈਟਿਕ ਫੀਲਡ। ਠੀਕ ਹੈ, ਸਟੇਟਰ ਦਾ ਜਿਹੜਾ ਮੈਗਨੈਟਿਕ ਫੀਲਡ ਆ ਉਹ ਸਿੰਕਰੋਨਸ ਸਪੀਡ ਤੇ ਘੁੰਮਦਾ ਹੁੰਦਾ। ਸਿੰਕਰੋਨਸ ਸਪੀਡ ਦਾ ਫਾਰਮੂਲਾ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ, 120 F/P। F ਦਾ ਮਤਲਬ ਇੱਥੇ ਫ੍ਰੀਕੁਐਂਸੀ ਹੈ ਜਿਹੜੀ ਅਸੀਂ ਦਿੰਦੇ ਹੁੰਦੇ ਆਂਗੇ, ਤੇ P ਦਾ ਮਤਲਬ ਇੱਥੇ ਪੋਲ ਆ ਗਏ। ਇਹਦੇ ਨੂਮੈਰੀਕਲ ਆਪਾਂ ਬਹੁਤ ਕਰ ਚੁੱਕੇ ਹਾਂਗੇ। ਇੰਡਕਸ਼ਨ ਮੋਟਰ ਦੀ ਸਪੀਡ ਸਿੰਕਰੋਨਸ ਮੋਟਰ ਦੀ ਸਪੀਡ ਦੀ ਤੁਲਨਾ ਵਿੱਚ ਡੈਸ਼ ਹੁੰਦੀ ਹੈ। ਇੰਡਕਸ਼ਨ ਮੋਟਰ ਕਦੇ ਵੀ ਸਿੰਕਰੋਨਸ ਸਪੀਡ ਤੇ ਨਹੀਂ ਚੱਲ ਸਕਦੀ, ਜਦ ਕਿ ਜਿਹੜੀ ਸਿੰਕਰੋਨਸ ਮੋਟਰ ਆ ਉਹ ਹਮੇਸ਼ਾ ਹੀ ਸਿੰਕਰੋਨਸ ਸਪੀਡ ਤੇ ਚੱਲਦੀ ਆ। ਤਾਂ ਆਨਸਰ ਇੱਥੇ ਆਵੇਗਾ ਘੱਟ, ਕਿਉਂਕਿ ਇੰਡਕਸ਼ਨ ਮੋਟਰ ਆ ਜਿਹੜੀ ਸਿੰਕਰੋਨਸ ਸਪੀਡ ਤੋਂ ਘੱਟ ਸਪੀਡ ਦੇ ਉੱਪਰ ਚੱਲਦੀ ਹੈਗੀ। ਠੀਕ ਹੈ, ਬਟ ਜਿਹੜੀ ਸਿੰਕਰੋਨਸ ਮੋਟਰ ਹੈਗੀ ਉਹ ਹਮੇਸ਼ਾ ਸਿੰਕਰੋਨਸ ਸਪੀਡ ਤੇ ਚੱਲਦੀ ਆ। ਮਤਲਬ ਇਹਦੇ ਸਪੋਜ਼ ਕਰੋ ਸਾਡੇ ਕੋਲ ਇੱਕ 4 ਪੋਲ ਦੀ ਮੋਟਰ ਆ, ਤੇ ਜੇ ਆਪਾਂ ਸਿੰਕਰੋਨਸ ਮੋਟਰ ਦੀ ਗੱਲ ਕਰੀਏ, ਸਿੰਕਰੋਨਸ ਮੋਟਰ ਕਿੰਨੇ ਤੇ ਘੁੰਮੇਗੀ 1500 ਤੇ, ਪਰ ਜੇ ਅਸੀਂ ਇੰਡਕਸ਼ਨ ਮੋਟਰ ਦੀ ਗੱਲ ਕਰੀਏ ਕਿੰਨੇ ਤੇ ਘੁੰਮੇਗੀ 1440 ਦੇ ਉੱਪਰ ਜਾਂ ਫਿਰ 1400 ਦੇ ਉੱਪਰ। ਤਾਂ ਇਹਦੀ ਸਪੀਡ ਘੱਟ ਹੋਈ ਨਾ, ਸਾਡੀ ਇੰਡਕਸ਼ਨ ਦੀ ਸਪੀਡ ਘੱਟ ਹੈ। ਚਲੋ, ਇੱਕ 3 ਫੇਜ਼ ਸਲਿਪਰਿੰਗ ਇੰਡਕਸ਼ਨ ਮੋਟਰ ਵਿੱਚ ਹਾਈ ਸਟਾਰਟਿੰਗ ਟਾਰਕ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਵੇਂ ਕੀਤਾ ਜਾ ਸਕਦਾ ਹੈਗਾ? ਇੱਥੇ ਹੋਏਗਾ ਜੀ ਸਲਿਪਰਿੰਗ ਸਟਾਰ ਕਨੈਕਟਡ ਰੈਜ਼ਿਸਟੈਂਸ ਜੋੜ ਕੇ। ਡੀ ਆਨਸਰ ਆਏਗਾ ਰਾਜੇ ਦਾ। ਕਿਉਂ ਆਏਗਾ? ਟਾਰਕ ਦਾ ਫਾਰਮੂਲਾ ਜਿਹੜਾ ਤੁਹਾਨੂੰ ਮੈਂ ਦੱਸ ਦਿੰਦਾ, ਟਾਰਕ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ S into E2 ਦਾ ਸਕੇਅਰ ਇੰਟੂ R2 ਡਿਵਾਈਡ ਬਾਏ R2 ਦਾ ਸਕੇਅਰ ਪਲੱਸ XX2 ਦਾ ਸਕੇਅਰ। ਇਹ ਫਾਰਮੂਲੇ ਦੇ ਵਿੱਚ ਤੁਸੀਂ ਬਾਹਲੇ ਵੱਡੇ ਨੂੰ ਦੇਖ ਕੇ ਘਬਰਾਉਣਾ ਨਹੀਂ ਹੈਗਾ। ਤੁਸੀਂ ਇਹ ਚੀਜ਼ ਯਾਦ ਕਰਨੀ ਹੈਗੀ ਵੀ ਜਿਹੜੀ ਟਾਰਕ ਪੈਦਾ ਹੁੰਦੀ ਹੈਗੀ, ਠੀਕ ਹੈ, ਸਟਾਰਟਿੰਗ ਟਾਰਕ, ਉਹ ਰੋਟਰ ਦੀ ਜਿਹੜੀ ਰੋਟਰ ਦੀ ਰੈਜ਼ਿਸਟੈਂਸ R2 ਦਾ ਮਤਲਬ ਰੋਟਰ ਰੈਜ਼ਿਸਟੈਂਸ, ਇਹ ਉੱਪਰਲੇ ਪਾਸੇ ਲਿਖੀ ਹੋਈ ਹੈਗੀ। ਠੀਕ ਹੈ, ਇਹ ਉੱਪਰਲੇ ਪਾਸੇ ਗੁਣਾ ਦੇ ਵਿੱਚ ਪਈ ਆ, ਪਲੱਸ ਵਾਲੀ ਨਹੀਂ ਆਪਾਂ ਦੇਖਣੀ ਹੈਗੀ, ਇਹ ਗੁਣਾ ਦੇ ਵਿੱਚ ਉੱਪਰ ਪਈ ਆ। ਤੇ ਜਿੰਨੀ ਜ਼ਿਆਦਾ ਇਹ ਹੋਏਗੀ ਰੋਟਰ ਰੈਜ਼ਿਸਟੈਂਸ, ਉਨੀ ਸਾਡੀ ਟਾਰਕ ਵੱਧ ਹੋਏਗੀ। ਤਾਂ ਤੁਹਾਨੂੰ ਪਤਾ ਸਲਿਪਰਿੰਗ ਇੰਡਕਸ਼ਨ ਮੋਟਰ ਦੇ ਵਿੱਚ ਅਸੀਂ ਜਿਹੜੀ ਸਲਿਪਰਿੰਗ ਛੱਡੀਆਂ ਹੁੰਦੀਆਂ ਨੇ ਉਹ ਇਸੇ ਕਰਕੇ ਤਾਂ ਛੱਡੀਆਂ ਹੁੰਦੀਆਂ ਵੀ ਬਾਹਰਲੇ ਪਾਸੇ ਆਪਾਂ ਰੈਜ਼ਿਸਟੈਂਸ ਕਨੈਕਟ ਕਰ ਸਕੀਏ। ਠੀਕ ਹੈ ਜੀ, ਤਾਂ ਮੋਟਰ ਦੇ ਸਲਿਪਰਿੰਗ ਤੇ ਸਟਾਰ ਕਨੈਕਟਡ, ਦੇਖੋ ਤੁਹਾਨੂੰ ਦੱਸਿਆ ਨਾ ਵੀ ਆਪਾਂ ਸਟਾਰ ਦੇ ਵਿੱਚ ਜੋੜਦੇ ਆਂਗੇ ਪਿਛਲੇ ਉੱਪਰਲੇ ਕੁਐਸਚਨ ਦੇ ਵਿੱਚ ਵੀ। ਤਾਂ ਸਟਾਰ ਦੇ ਵਿੱਚ ਜੋੜ ਕੇ ਅਸੀਂ ਕੀ ਕਰ ਸਕਦੇ ਹਾਂ, ਸਾਡੀ ਮੋਟਰ ਦੀ ਸਟਾਰਟਿੰਗ ਟਾਰਕ ਨੂੰ ਵਧਾ ਸਕਦੇ ਹਾਂ। ਇੰਡਕਸ਼ਨ ਮੋਟਰ ਵਿੱਚ ਇਹ ਲਾਸ ਹੁੰਦਾ ਹੈ। ਕਿਹੜਾ ਲਾਸ ਹੁੰਦਾ? ਸਟੇਟਰ ਕਾਪਰ ਲਾਸ ਹੁੰਦਾ, ਬਿਲਕੁਲ ਹੁੰਦਾ ਹੈਗਾ। ਰੋਟਰ ਦੇ ਵਿੱਚ ਜਿੱਥੇ ਸਟੇਟਰ ਆਇਰਨ ਲਾਸ ਹੁੰਦਾ, ਕਿਉਂਕਿ ਸਟੇਟਰ ਦੇ ਵਿੱਚ ਸਾਡੇ ਕੋਰ ਪਈ ਹੋਈ ਹੈ, ਤਾਂ ਸਟੇਟਰ ਦੇ ਵਿੱਚ ਆਇਰਨ ਲਾਸ ਵੀ ਹੋਊ, ਕਿਉਂਕਿ ਇਹ ਸਟੇਟਰ ਦੇ ਵਿੱਚ AC ਸਪਲਾਈ ਹੁੰਦੀ ਹੈਗੀ ਤੇ ਉੱਥੇ ਆਇਰਨ ਦੀ ਕੋਰ ਪਈ ਹੈ ਤੇ ਲਾਸ ਹੋਣਗੇ। ਰੋਟਰ ਕਾਪਰ ਲਾਸ, ਰੋਟਰ ਦੇ ਅੰਦਰਲੇ ਪਾਸੇ ਵਾਈਂਡਿੰਗ ਪਈ ਹੈਗੀ, ਤਾਂ ਵਾਈਂਡਿੰਗ ਦੇ ਵਿੱਚ ਜਦੋਂ ਕਰੰਟ ਲੰਘੂਗਾ I²R ਦੇ ਹਿਸਾਬ ਨਾਲ ਉੱਥੇ ਵੀ ਲਾਸ ਹੋਣਗੇ। ਵਿੰਡੇਜ ਤੇ ਫ੍ਰਿਕਸ਼ਨ ਲਾਸ ਇਹ ਵੀ ਹੋਣਗੇ, ਸਾਰੇ ਹੋਣਗੇ ਜੀ। E ਆਨਸਰ ਆਊਗਾ ਇਹਦਾ, ਸਾਰੇ ਲਾਸ ਹੁੰਦੇ ਹੈਗੇ। ਠੀਕ ਹੈ, ਇਹਨਾਂ ਦੀ ਲੜੀ ਕਿਵੇਂ ਬਣਦੀ ਹੈ ਉਹ ਤੁਹਾਨੂੰ ਪਤਾ ਹੀ ਹੈਗਾ, ਦੱਸੀ ਹੋਈ ਹੈਗੀ। ਇੰਡਕਸ਼ਨ ਮੋਟਰ ਦਾ ਕਾਪਰ ਲਾਸ ਕਿਵੇਂ? ਕਾਪਰ ਲਾਸ ਜਿਹੜੇ ਹੁੰਦੇ ਹੈਗੇ ਉਹ ਲਾਸ ਕਿਸ ਊਰਜਾ ਦੇ ਵਿੱਚ ਹੁੰਦੇ ਹੈਗੇ? ਕਿਉਂਕਿ ਜੇ ਤਾਂ ਲਾਸ ਹੋਏ ਸਾਡੇ ਮਕੈਨੀਕਲ ਊਰਜਾ ਦੇ ਵਿੱਚ, ਉਹ ਤਾਂ ਵਰਤ ਲਾਂਗੇ ਆਪਾਂ। ਵੀ ਜਿਹੜੇ ਕਾਪਰ ਲਾਸ ਆ ਗਏ, ਕਾਪਰ ਲਾਸ ਨੂੰ ਆਪਾਂ ਕਹਿੰਦੇ ਕੀ ਆਂਗੇ I²R। ਕਾਪਰ ਲਾਸ ਕਰਕੇ ਕੀ ਪੈਦਾ ਹੁੰਦਾ ਪਤਾ? ਹੀਟ ਪੈਦਾ ਹੁੰਦੀ। ਜਿਹੜੀ ਮੋਟਰ ਗਰਮ ਨਹੀਂ ਹੁੰਦੀ ਹੈਗੀ, ਉਹ ਕਾਪਰ ਲਾਸ ਤੇ ਆਇਰਨ ਲਾਸ ਦੋਨੇ ਹੀਟ ਪੈਦਾ ਕਰਦੇ ਹੈਗੇ। ਤਾਂ ਕਿਸ ਰੂਪ ਦੇ ਵਿੱਚ ਹੁੰਦੇ ਨੇਗੇ ਜੀ? ਊਸ਼ਮਾ ਦਾ ਮਤਲਬ ਰਾਜੇ ਹੀਟ ਹੁੰਦਾ। ਹੀਟ ਪੰਜਾਬੀ 'ਚ ਊਸ਼ਮਾ ਕਹਿੰਦੇ ਆ, ਊਸ਼ਮਾ ਦੇ ਰੂਪ ਦੇ ਵਿੱਚ ਹੁੰਦੇ ਆ। ਸ਼ੋਰ ਆ ਜਿਹੜਾ ਸਾਡਾ, ਸ਼ੋਰ ਬੈਰਿੰਗਾਂ ਦੇ ਉੱਪਰ ਹੁੰਦਾ, ਨਾ ਕਿ ਲਾਸਿਸ ਕਰਕੇ ਹੁੰਦਾ। ਜੇ ਕਿਸੇ ਮੋਟਰ ਦੇ ਵਿੱਚ ਲਾਸਿਸ ਨੂੰ ਆਪਾਂ ਜ਼ੀਰੋ ਕਰ ਦਈਏ ਤਾਂ ਮਤਲਬ ਇਹ ਨਹੀਂ ਹੈਗਾ ਵੀ ਸ਼ੋਰ ਜ਼ੀਰੋ ਹੋ ਜਾਊਗਾ, ਉਹਦੇ ਵਿੱਚ ਹੀਟ ਜ਼ੀਰੋ ਹੋ ਜੂਗੀ, ਇਹ ਕਹਿ ਸਕਦੇ ਹੈਗੇ ਆਪਾਂ। ਜਦ ਇਹ ਵੱਖਰੀ ਗੱਲ ਆ ਵੀ ਇਹਨੂੰ ਆਪਾਂ ਜ਼ੀਰੋ ਕਰ ਹੀ ਨਹੀਂ ਸਕਦੇ ਹੈਗੇ, ਪ੍ਰੈਕਟੀਕਲ ਗੱਲ ਨਹੀਂ ਹੈਗੀ, ਸਮਝਾਉਣ ਵਾਸਤੇ ਦੱਸ ਰਿਹਾ ਤੁਹਾਨੂੰ। ਚਲੋ, ਇੰਡਕਸ਼ਨ ਮੋਟਰ ਦਾ ਫਰੇਮ ਬਣਿਆ ਹੁੰਦਾ ਹੈ। ਇੰਡਕਸ਼ਨ ਮੋਟਰ ਦਾ ਫਰੇਮ ਕਿਸ ਚੀਜ਼ ਦਾ ਬਣਿਆ ਹੁੰਦਾ ਗਾ ਬੱਚੇ? ਦੇਖੋ, ਫਰੇਮ ਦੀ ਜਦੋਂ ਗੱਲ ਆਉਂਦੀ ਹੈਗੀ, ਇਹ ਐਲੂਮੀਨੀਅਮ ਦਾ ਕੋਈ ਫਰੇਮ ਨਹੀਂ ਹੁੰਦਾ ਹੈਗਾ, ਕਿਉਂਕਿ ਐਲੂਮੀਨੀਅਮ ਇੱਕ ਨਰਮ ਮਟੀਰੀਅਲ ਹੈਗਾ। ਸਿਲੀਕੌਨ ਸਟੀਲ ਦੀਆਂ ਬਹੁਤ ਚੀਜ਼ਾਂ ਬਣਦੀਆਂ ਨੇਗੀਆਂ, ਇਹ ਬਣਦੀਆਂ ਨੇ ਕੋਰ। ਜਿੱਥੇ ਵੀ ਸਾਨੂੰ ਕੋਰ ਕਿਹਾ ਹੋ, ਚਾਹੇ ਟਰਾਂਸਫਾਰਮਰ ਦੀ ਕਿਹਾ ਹੋਵੇ, ਚਾਹੇ ਇੰਡਕਸ਼ਨ ਮੋਟਰ ਦੀ ਕਿਹਾ ਹੋਵੇ, ਚਾਹੇ ਸਿੰਕਰੋਨਸ ਮੋਟਰ ਦੀ ਕਿਹਾ ਹੋਵੇ, ਚਾਹੇ ਜਿਹੜੀ ਸਾਡੀ DC ਮੋਟਰ ਹੁੰਦੀ ਆ ਉਹਦਾ ਰੋਟਰ ਦੀ ਕਿਹਾ ਹੋਵੇ, ਹਮੇਸ਼ਾ ਜਿਹੜੀ ਕੋਰ ਹੈਗੀ, ਕੋਰ ਉਹ ਸਿਲੀਕੌਨ ਸਟੀਲ ਦੀ ਬਣਦੀ ਹੈ। ਪਰ ਫਰੇਮ ਨਹੀਂ ਬਣਦਾ ਸਿਲੀਕੌਨ ਸਟੀਲ ਦਾ। ਇਹ ਕਾਹਦਾ ਬਣਦਾ? ਕਾਸਟ ਆਇਰਨ ਦਾ, ਕਾਸਟ ਆਇਰਨ ਦਾ। ਠੀਕ ਹੈ ਜੀ, ਸਟੇਨਲੈਸ ਸਟੀਲ ਦਾ ਨਹੀਂ ਬਣਦਾ। ਕਾਸਟ, ਦੇਖੋ ਬੁੱਕ ਦੀਆਂ ਗਲਤੀਆਂ ਰਾਜੇ, ਆ ਦੇਖੋ ਕਾਸਟ ਆਪਸ, ਕਾਸਟ ਆਇਰਨ ਲਿਖਣਾ ਸੀਗਾ ਇਹਨੇ, ਆਇਰਨ।
ਤੁਸੀਂ ਪੁੱਛੋਗੇ ਇਹ ਕਿਤਾਬ ਕਿਹੜੀ ਹੈ, ਕੋਈ ਮਰਜ਼ੀ ਕਿਤਾਬ ਚੱਕ ਲਓ, ਹਰੇਕ ਦੇ ਵਿੱਚ ਵੀ ਗਲਤੀਆਂ ਨੇ। ਚਾਹੇ ਸਵਰਨ ਦੀ ਚੱਕ ਲਓ, ਚਾਹੇ ਤੁਸੀਂ ਇੱਕ ਰਾਇਲ ਦੀ ਆਉਂਦੀ ਹੈ ITI ਵਾਸਤੇ, ਉਹਦੇ ਵਿੱਚ ਵੀ ਇਹ ITI ਦੀ ਰਾਇਲ ਦੀ ਕਿਤਾਬ ਆ ਗਈ। ਤਾਂ ਕੁਐਸਚਨ ਆ ਜਿਹੜੇ ਮੈਂ ਉੱਥੋਂ ਚੱਕੇ ਨੇਗੇ। ਇਹ ਸਵਰਨ ਦੇ ਵਿੱਚ ਬਹੁਤ ਘੱਟ ਕੁਐਸਚਨ ਨੇ ਇੰਡਕਸ਼ਨ ਦੇ। ਤਾਂ ਟੀਚਰ ਕੋਲੋਂ ਪੜ੍ਹਨ ਦਾ ਤੁਹਾਨੂੰ ਇਹੀ ਫਾਇਦਾ ਹੁੰਦਾ ਵੀ ਤੁਹਾਨੂੰ ਇੱਕ ਤਾਂ ਗਲਤੀਆਂ ਨਹੀਂ ਤਾਂ ਇੱਥੇ ਉਲਝੀ ਜਾਓ ਵੀ ਕੀ ਹੁੰਦਾ ਗਾ। ਇੱਥੇ ਇੱਕ ਥਾਂ ਆਪਸ ਲਿਖਿਆ ਹੋਊ, ਇੱਕ ਥਾਂ ਆਇਰਨ ਲਿਖਿਆ ਹੋਊਗਾ। ਅਤੇ ਟੀਚਰ ਤੋਂ ਪੜ੍ਹਦੇ ਤੁਹਾਨੂੰ ਇਹੀ ਫਾਇਦਾ ਹੋ ਜਾਂਦਾ ਗਾ ਵੀ ਤੁਹਾਨੂੰ ਆਪ ਮੱਥਾ ਨਹੀਂ ਮਾਰਨਾ ਪੈਂਦਾ ਹੈਗਾ, ਨਹੀਂ ਬੰਦਾ ਬੌਂਦਲਿਆ ਰਹਿੰਦਾ ਗਾ। ਠੀਕ ਹੈ ਜੀ। ਇੰਡਕਸ਼ਨ ਮੋਟਰ ਦੀ ਸ਼ਾਫਟ, ਹੁਣ ਦੇਖੋ ਸ਼ਾਫਟ ਦਾ ਮਟੀਰੀਅਲ ਪੁੱਛਿਆ ਗਾ। ਸ਼ਾਫਟ ਦਾ ਮਟੀਰੀਅਲ ਹੈ ਜਿਹੜਾ ਦੇਖੋ ਇਹਦਾ ਜਿਹੜਾ ਸ਼ਾਫਟ ਆ ਨਾ, ਮਟੀਰੀਅਲ ਤਾਂ ਬਾਅਦ ਦੀ ਗੱਲ ਆ। ਜੇ ਸਾਨੂੰ ਵੈਸੇ ਪੁੱਛ ਲਿਆ ਜਾਵੇ ਵੀ ਉਹਦੀ ਜਿਹੜੀ ਉਹ ਹੁੰਦੀ ਹੈ ਟਾਈਪ ਹੁੰਦੀ ਹੈ ਉਹ ਕਿੱਦਾਂ ਦੀ ਹੋਣੀ ਚਾਹੀਦੀ ਆ, ਤਾਂ ਉਹ ਬਹੁਤ ਜ਼ਿਆਦਾ ਹਾਰਡ ਹੋਣੀ ਚਾਹੀਦੀ ਹੈਗੀ। ਹਾਰਡ ਹੋਣੀ ਚਾਹੀਦੀ ਹੈ, ਸਟਿਫ ਹੋਣੀ ਚਾਹੀਦੀ ਹੈ, ਸਟਿਫ ਆਕੜ ਹੋਣੀ ਚਾਹੀਦੀ। ਉਹਦੇ ਵਿੱਚ ਇਹ ਨਾ ਹੋਵੇ ਵੀ ਉਹ ਆਪ ਦੇ ਵਿੱਚ ਵਲ ਖਾ ਜਾਵੇ। ਮੰਨ ਲਓ ਜਿਹੜੀ ਸ਼ਾਫਟ ਆ, ਜਦੋਂ ਇੱਥੇ ਜ਼ੋਰ ਲੱਗ ਰਿਹਾ ਆਪਣੇ ਪਟੇ ਦਾ, ਅੰਦਰਲੇ ਪਾਸੇ ਮੋਟਰ ਨੂੰ ਘੁਮਾ ਰਹੀ ਹੈ, ਇਹ ਨਾ ਹੋਵੇ ਵੀ ਇੱਥੇ ਵਲ ਖਾ ਜਾਵੇ ਉਹ। ਤਾਂ ਕਿਹੜੀ ਇਹੀ ਜੀ ਜਿਹੜੀ ਆਪਣੀ ਮਟੀਰੀਅਲ ਹੈਗਾ ਜਿਹਦੇ ਵਲ ਨਹੀਂ ਖਾਂਦਾ? ਮਾਈਲਡ ਸਟੀਲ। ਇਹ ਯਾਦ ਰੱਖਣਾ, ਮਾਈਲਡ ਸਟੀਲ ਯੂਜ਼ ਕਰਦੇ ਹਾਂ ਅਸੀਂ। ਬਾਲ ਬੇਅਰਿੰਗ ਵਿੱਚ ਪ੍ਰਯੁਕਤ ਹੋਣ ਵਾਲਾ ਲੂਬਰੀਕੇਸ਼ਨ ਆਮ ਤੌਰ 'ਤੇ ਕਿਹੜਾ ਲੂਬਰੀਕੇਸ਼ਨ ਯੂਜ਼ ਹੁੰਦਾ ਗਾ? ਸਾਰਿਆਂ ਨੂੰ ਪਤਾ ਰਾਜੇ, ਬੇਅਰਿੰਗਾਂ ਦੇ ਅੰਦਰ ਆਪਾਂ ਕੀ ਭਰਦੇ ਹਾਂ? ਗਰੀਸ ਭਰਦੇ ਹਾਂ ਨਾ ਆਪਾਂ। ਸੌਖਾ ਹੀ ਹੈ ਨਾ ਕੁਐਸਚਨ, ਗਰੀਸ ਭਰਦੇ ਹਾਂ ਆਪਾਂ ਰਾਜੇ। ਕੋਈ ਗ੍ਰੇਫਾਈਟ ਨਹੀਂ, ਕੋਈ ਸਿਲੀਕਨ ਆਇਲ ਨਹੀਂ, ਕੋਈ ਤੇਲ ਨਹੀਂ ਭਰਦੇ। ਚਲੋ ਅੱਗੇ ਚੱਲਦੇ ਹਾਂ। 3 ਫੇਸ ਸਲਿਪ ਰਿੰਗ ਇੰਡਕਸ਼ਨ ਮੋਟਰ ਵਿੱਚ ਬੁਰਸ਼ ਜੁੜੇ ਹੁੰਦੇ ਹਨ, ਬ੍ਰਸ਼ਿਸ ਕਿੱਥੇ ਲੱਗੇ ਹੁੰਦੇ ਹੈਗੇ? ਦੇਖੋ ਰਾਜੇ, ਜਿਹੜਾ ਸਾਡਾ ਰੋਟਰ ਆ ਨਾ, ਜਿਹੜਾ ਘੁੰਮ ਰਿਹਾ ਹੈਗਾ, ਇਸ ਰੋਟਰ ਦੇ ਅੰਦਰ ਸਲਿਪ ਰਿੰਗ ਕਿਹਾ ਹੋਇਆ ਨਾ। ਕਈ ਵਾਰੀ ਕੀ ਕਰਦਾ, ਸਲਿਪ ਰਿੰਗ ਦੀ ਥਾਂ 'ਤੇ ਤੁਹਾਡੇ ਨਾਲ ਉਹ ਥੋੜ੍ਹੀ ਚਲਾਕੀ ਖੇਡਦਾ। ਜੇ ਕਿਤੇ ਇੱਥੇ ਲਿਖ ਦਿੱਤਾ ਜਾਵੇ ਸਕਰਲ ਕੇਜ, ਸਕਰਲ ਕੇਜ, ਸਕਰਲ ਕੇਜ, ਜਿਵੇਂ ਇਹ ਪੰਜਾਬੀ 'ਚ ਆਊਗਾ ਸਕਰਲ ਕੇਜ। ਜੇ ਲਿਖ ਦਿੱਤਾ ਜਾਵੇ ਤਾਂ ਬੁਰਸ਼ ਪਤਾ ਕਿੱਥੇ ਜੁੜੇ ਜਾਂਦੇ ਹਨ? ਕਿਤੇ ਵੀ ਨਹੀਂ, ਕਿਉਂਕਿ ਸਕਰਲ ਕੇਜ 'ਚ ਬ੍ਰਸ਼ ਹੁੰਦੇ ਹੀ ਨਹੀਂ ਹੈਗੇ। ਸਕਰਲ ਕੇਜ ਦੇ ਵਿੱਚ ਰੋਟਰ ਹੁੰਦਾ, ਸਟੇਟਰ ਹੁੰਦਾ, ਇੱਕ ਰੋਟਰ ਹੁੰਦਾ, ਬ੍ਰਸ਼ਿਸ ਕਿਤੇ ਵੀ ਨਹੀਂ ਹੁੰਦੇ ਹੈਗੇ। ਪਰ ਇੱਥੇ ਜੇ ਪੁੱਛ ਰਿਹਾ ਬ੍ਰਸ਼ ਕਿੱਥੇ ਹੁੰਦੇ ਹਨ, ਤਾਂ ਦੇਖੋ ਜਿਹੜੀ ਤੁਹਾਡੀ ਸ਼ਾਫਟ ਹੁੰਦੀ ਆ, ਆਹ ਤੁਹਾਡਾ ਆਰਮੇਚਰ ਹੈਗਾ, ਰੋਟਰ ਹੈਗਾ, ਇਹਦੇ ਇੱਥੇ ਸਲਿਪ ਰਿੰਗਸ ਪਈਆਂ ਨੇਗੀਆਂ। ਇਹ ਸਲਿਪ ਰਿੰਗਸ ਹੁਣ ਘੁੰਮ ਰਹੀਆਂ ਨੇਗੀਆਂ। ਤਾਂ ਘੁੰਮਣ ਦੇ ਵਿੱਚ ਇੱਥੇ ਤਾਰ ਦਾ ਟੋਟਾ ਤਾਂ ਆਪਾਂ ਲਗਾ ਨਹੀਂ ਸਕਦੇ, ਬਾਹਰਲੇ ਪਾਸੇ ਆਪਾਂ ਕਰੰਟ ਲੈ ਲਈਏ। ਤਾਂ ਆਪਾਂ ਨੂੰ ਕੀ ਕਰਨਾ ਪਊ, ਇਹਦੇ ਉੱਪਰਲੇ ਪਾਸੇ ਇੱਥੇ ਬ੍ਰਸ਼ ਰੱਖਣੇ ਪੈਣਗੇ, ਜਿਹੜੇ ਕਿ ਉੱਪਰਲੇ ਪਾਸੇ ਕਿਸੇ ਸਪਰਿੰਗ ਦੇ ਨਾਲ ਇਹਦੇ ਉੱਪਰ ਧੱਕਾ ਮਾਰ ਰਹੇ ਹੋਣਗੇ। ਤਾਂ ਜਦੋਂ ਇਹ ਘੁੰਮੂਗਾ ਤਾਂ ਬ੍ਰਸ਼ਿਸ ਸਲਿੱਪ ਕਰੀ ਜਾਣਗੇ ਇਹਦੇ ਉੱਪਰਲੇ ਪਾਸੇ, ਉਹ ਨਾਲ ਘਸੀ ਜਾਣਗੇ, ਅਤੇ ਜਿੰਨਾ ਵੀ ਕਰੰਟ ਦੇ ਅੰਦਰ ਹੋਊਗਾ ਉਹਨੂੰ ਉੱਪਰ ਤੱਕ ਟਰਾਂਸਫਰ ਕਰੀ ਜਾਣਗੇ। ਤਾਂ ਬ੍ਰਸ਼ਿਸ ਦਾ, ਜੇ ਆਹ ਚੀਜ਼ ਘੁੰਮ ਰਹੀ ਆ ਤਾਂ ਬ੍ਰਸ਼ਿਸ ਕੀ ਹੋਣਗੇ? ਫਿਕਸ ਹੋਣਗੇ। ਤਾਂ ਬ੍ਰਸ਼ਿਸ ਫਿਕਸ ਹੋਣਗੇ। ਫਿਕਸ ਕੀ ਹੁੰਦਾ? ਸਾਡਾ ਸਟੇਟਰ। ਤਾਂ ਦੇਖ ਲੈਂਦੇ ਹੈਗੇ ਆਪਾਂ ਵੀ ਇੱਥੇ ਕੀ ਹੋਇਆ ਜਾ ਸਕਦਾ ਹੈਗਾ। ਬਾਹਰੀ ਸਟਾਰ ਕਨੈਕਟਡ ਰਿਓਸਟੈਟ ਨਾਲ, DC ਸਪਲਾਈ ਨਾਲ, AC ਨਾਲ। ਇਹ ਤਾਂ ਚਲੋ ਸੌ। ਇਹ ਕੀ ਕਹਿੰਦਾ ਇਹਦੇ ਨਾਲ ਜੋੜਿਆ ਕੀ ਹੁੰਦਾ? ਬ੍ਰਸ਼ਿਸ ਨਾਲ ਕੀ ਜੋੜਦੇ ਆ ਆਪਾਂ? ਦੇਖੋ ਆਈਡੀ ਆਹ ਚੀਜ਼ ਉੱਪਰਲੇ ਪਾਸੇ ਆਪਾਂ ਕਹੀ ਨਹੀਂ ਸੀਗੀ, ਸਟਾਰ ਕਨੈਕਟਡ ਰਿਓਸਟੈਟ ਸਟੇਟਰ ਦੇ ਵਿੱਚ ਲੱਗੇ ਹੁੰਦੇ ਨੇਗੇ। ਅਤੇ ਜੁੜਿਆ ਕੀ ਹੁੰਦਾ ਉਹਦੇ ਨਾਲ? ਸਟਾਰ ਕਨੈਕਟਡ ਰੈਜ਼ਿਸਟੈਂਸ ਲੱਗੀ ਹੁੰਦੀ ਉਹਦੇ ਨਾਲ। ਠੀਕ ਹੈ ਜੀ। ਇੰਡਕਸ਼ਨ ਮੋਟਰ ਵਿੱਚ ਰੋਟਰ ਦੀ ਉਚਿਤ ਰੋਟੇਸ਼ਨ ਚਾਲ ਨੂੰ ਕਿਵੇਂ ਲਿਖਿਆ ਜਾ ਸਕਦਾ ਹੈ? ਇਹ ਸਪੀਡ ਦਾ ਫਾਰਮੂਲਾ ਪੁੱਛ ਰਿਹਾ ਵੀ NR ਜਿਹੜੀ ਹੁੰਦੀ ਹੈ ਸਾਡੀ ਸਪੀਡ, ਉਹਦਾ ਫਾਰਮੂਲਾ ਬੱਚੇ ਸੁਣ ਲਓ ਕੀ ਹੁੰਦਾ? NS1 - S। ਇਹ ਤੋਂ ਇੱਕ ਨੁਮੈਰੀਕਲ ਪੱਕਾ ਆਊਗਾ, ਪੱਕਾ ਆਊ ਇਹਦੇ ਵਿੱਚ ਇੱਕ ਨੁਮੈਰੀਕਲ, ਚਾਹੇ ਸਲਿੱਪ ਪੁੱਛ ਲਵੇ, ਚਾਹੇ ਤੁਹਾਨੂੰ ਇਹ ਪੁੱਛ ਲਵੇ। ਠੀਕ ਹੈ ਜੀ। ਚਲੋ ਤਾਂ ਇੱਥੇ ਦੇਖ ਲਓ ਜੀ ਕਿੱਥੇ ਲਿਖਿਆ, ਆਹ ਦੇਖੋ, ਆਹ ਦੇਖੋ। ਹੁਣ ਤੁਸੀਂ ਉਲਝੀ ਜਾਓਗੇ, ਆਹ 0.5 ਕੀ ਲਿਖਤਾ? ਇਹ ਬੱਚੇ ਇਹ 5 ਨਹੀਂ ਹੈਗਾ, ਇਹ S ਹੈਗਾ। ਇੱਥੇ ਆਹ S ਹੈਗਾ। S ਦਾ ਮਤਲਬ ਹੁੰਦਾ ਗਾ ਸਲਿੱਪ। ਸਲਿੱਪ ਦਾ ਮਤਲਬ ਕੀ ਹੁੰਦਾ ਹੈਗਾ? ਸਲਿੱਪ ਦਾ ਫਾਰਮੂਲਾ ਪਤਾ? NS - NR/NS। 4-5 ਕੁ ਫਾਰਮੂਲੇ, ਇਦੋਂ ਬਾਹਰ ਕੁਐਸਚਨ ਨਹੀਂ ਆ ਸਕਦਾ। ਜਿਨ੍ਹਾਂ ਨੇ ਕੋਰਸ ਕੀਤਾ ਸਭ ਪਤਾ, ਉਹਨਾਂ ਨੇ ਸਮਝਾਏ ਹੋਏ ਨੇ, ਪ੍ਰੋਪਰ ਚੰਗੀ ਤਰ੍ਹਾਂ ਦੱਸਿਆ ਹੋਇਆ ਉਹਨਾਂ ਨੂੰ। ਤੇਰਾ ਜਿਹੜਾ ਆਨਸਰ ਆਊਗਾ ਰਾਜੇ ਕੀ ਆਊਗਾ? B ਆਊਗਾ। ਠੀਕ ਹੈ। ਇਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਹੈਗਾ, ਅਗਲੇ ਕੁਐਸਚਨ ਦੇ ਵਿੱਚ ਉਹਨੇ ਕਿਹਾ ਇੰਡਕਸ਼ਨ ਮੋਟਰ ਵਿੱਚ ਸਲਿੱਪ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ? NS - NR/NR ਹੈਗਾ ਰਾਜੇ ਆਹ ਸਾਰਾ। ਹੁਣ ਇੱਥੇ NR ਦੇ ਵਿੱਚੋਂ NS ਆ ਤਾਂ ਹੋ ਹੀ ਨਹੀਂ ਸਕਦਾ ਹੈ, ਕਿਉਂਕਿ ਘੱਟ ਸਪੀਡ ਦੇ ਵਿੱਚੋਂ ਵੱਧ ਸਪੀਡ ਨਹੀਂ ਘਟਾਉਣੀ। ਆਹ ਆਨਸਰ ਆ ਜੀ C। NS ਆ ਦੇਖੋ ਲਿਖਿਆ ਸੀਗਾ ਨਾ ਆਪਾਂ ਉੱਪਰ, NS - NR/NS ਆ ਲਿਖਿਆ ਸੀਗਾ ਨਾ, ਆਹ ਦੇਖੋ NS - NR/NS। ਤਾਂ C ਆਨਸਰ ਸਹੀ ਹੈ ਜੀ ਤੁਹਾਡਾ, ਆਹ ਆਨਸਰ ਆਊਗਾ। ਠੀਕ ਹੈ ਜੀ। ਸਲਿੱਪ ਕਿੱਦਾਂ? ਸਲਿੱਪ ਦਾ ਫਾਰਮੂਲਾ ਕੀ ਹੈ? ਆ ਲਓ, ਤਾਂ ਉੱਪਰਲੇ ਕੁਐਸਚਨ ਨੂੰ ਆਪਾਂ ਕਿਵੇਂ ਕਰਨਾ ਗਾ ਉਹ ਹੇਠਾਂ ਆ ਗਿਆ। 3 ਫੇਸ ਕਰਲ ਕੇ ਇੰਡਕਸ਼ਨ ਮੋਟਰ ਹੈ ਜੀ।
40% ਸਲਿੱਪ ਤੇ ਦੌੜ ਰਹੀ ਹੈ, ਉਸ ਦੀ ਅਧਿਕਤਮ ਚਾਲ ਕਿੰਨੀ ਹੋਵੇਗੀ। ਪਹਿਲੀ ਗੱਲ ਤਾਂ ਜਿੱਥੇ ਅਧਿਕਤਮ ਚਾਲ ਦੀ ਗੱਲ ਆ ਗਈ ਉੱਥੇ ਸਾਡੇ ਕੋਲੇ ਜਿਹੜੀ ਸਾਡੀ ਮੋਟਰ ਹੁੰਦੀ ਹੈਗੀ ਉਹ ਕਿੰਨੇ ਪੋਲ ਵਾਲੀ ਹੁੰਦੀ ਆ, ਆਪਾਂ ਹਮੇਸ਼ਾ ਮੰਨਣਾਗਾ 2 ਪੋਲ ਵਾਲੀ ਮੋਟਰ ਹੁੰਦੀ ਆ। ਤੇ 2 ਪੋਲ ਵਾਲੀ ਮੋਟਰ ਦੀ ਜਿਹੜੀ ਸਿੰਕਰੋਨਸ ਸਪੀਡ ਹੁੰਦੀ ਹੈ ਸਾਡੀ ਕਿੰਨੀ ਹੁੰਦੀ ਹੈਗੀ 3000 ਹੁੰਦੀ ਹੈਗੀ। ਇਹ ਗੱਲ ਪਤਾ ਲੱਗ ਗਈ ਰਾਜੇ, 3000 RPM ਹੁੰਦੀ ਹੈ ਨਾ, 120 F/P ਭਰ ਕੇ ਆਪਾਂ ਨੂੰ ਪਤਾ ਲੱਗ ਜਾਏਗਾ। ਉਸ ਤੋਂ ਬਾਅਦ ਉਹ ਕਹਿੰਦਾ 40% ਸਲਿੱਪ ਦੇ ਉੱਪਰ ਦੌੜ ਰਹੀ ਹੈ। ਪਹਿਲੀ ਗੱਲ ਤਾਂ ਇੱਥੇ ਆਹ ਗਲਤ ਆ, 40% ਸਲਿੱਪ ਨਹੀਂ ਹੁੰਦੀ ਰਾਜੇ, ਇਹ 4% ਸਲਿੱਪ ਹੈਗੀ, ਕਿਉਂਕਿ ਆਨਸਰ ਇਹਨੇ ਆ ਦਿੱਤਾ ਹੈਗਾ 4% ਨਾਲ ਤਾਂ ਆਉਣਾ ਹੀ ਨਹੀਂ ਹੈਗਾ, ਤਾਂ ਬੈਠੇ ਕੱਢੀ ਜਾਵਾਂਗੇ ਆਪਾਂ, ਤਾਂ ਗਲਤ ਆ। ਇੱਥੇ ਲਿਖਿਆ, ਇਹ ਲਿਖਿਆ 4% ਆਊਗਾ ਜੀ ਇੱਥੇ। ਤਾਂ 4% ਨੂੰ ਅਸੀਂ ਹੁਣ ਫਾਰਮੂਲੇ ਦੇ ਵਿੱਚ ਫਿੱਟ ਕਰਨਾ। ਜਿਹੜਾ ਫਾਰਮੂਲਾ ਸੀਗਾ ਨਾ NR ਦਾ ਫਾਰਮੂਲਾ ਕੀ ਸੀਗਾ, NS1 - S। NS ਸਾਡਾ ਕਿੰਨਾ ਗਾ, ਕਿਉਂਕਿ ਅਧਿਕਤਮ ਸਪੀਡ ਕਿਆ, ਅਧਿਕਤਮ ਸਪੀਡ 2 ਪੋਲਾਂ ਵਾਸਤੇ 3000 ਹੁੰਦੀ ਹੈ, ਯਾਦ ਰੱਖਣਾ 3000 ਆਪਾਂ ਲਿਖ ਲਿਆ, 1 - S। 4% ਨੂੰ ਕਿਵੇਂ ਲਿਖਿਆ, 4/100 ਮਤਲਬ 0.04। ਹੁਣ ਇਹਨੂੰ ਤੁਸੀਂ ਗੁਣਾ ਕਰੋਗੇ, ਇੱਕ ਦੇ ਵਿੱਚੋਂ 0.04 ਘਟਾਓਗੇ ਤੁਹਾਡਾ ਜੋ 0.96, ਗੁਣਾ ਕਰੋਗੇ ਤੁਸੀਂ 3000 ਨਾਲ, ਇੱਥੋਂ ਤੁਹਾਡੇ ਕੋਲ ਜਿਹੜਾ ਆਨਸਰ ਆ ਜਾਊਗਾ ਉਹ 2880 ਆ ਜਾਊਗਾ ਰਾਜੀ। ਕਰਕੇ ਦੇਖ ਲਓ, ਇਹ ਕੈਲਕੂਲੇਟਰ ਨਾਲ ਕਰਕੇ ਦੇਖ ਲਿਓ। ਜੇ ਨਹੀਂ ਕੈਲਕੂਲੇਟਰ ਨਾਲ ਕਰਨਾ, ਇਹਨੂੰ ਸਿੱਧਾ ਇੱਕ ਕੰਮ ਕਰੋ, 96 ਨੂੰ ਗੁਣਾ ਕਰ ਲਓ 3 ਦੇ ਨਾਲ ਪਹਿਲਾਂ, ਆ ਪਿਛਲੇ 0 ਤੋਂ ਬਾਅਦ ਚੋਂ ਲਗਾਏ ਦੇਵਾਂਗੇ। 6 × 18, 9 × 27 ਤੇ 1 28, ਤਾਂ 288 ਆ ਗਿਆ। ਕਿੰਨੀਆਂ 0 ਪਿੱਛੇ ਲੱਗਣੀਆਂ, 1 2 3 1 2 3। ਹੁਣ ਅਸੀਂ ਦੇਖਣਾ ਪੁਆਇੰਟ ਸਾਡੇ ਕਿੰਨੇ ਪੁਆਇੰਟ, ਕਿੰਨੇ ਅੱਖਰ ਛੱਡ ਕੇ ਪੁਆਇੰਟ ਸੀਗਾ, ਆਹ ਪੁਆਇੰਟ ਕਿੰਨੇ ਅੱਖਰ ਛੱਡ ਕੇ ਸੀਗਾ, 1 1 2, ਤਾਂ 2 ਅੱਖਰ ਛੱਡ ਕੇ ਪੁਆਇੰਟ ਲਗਾ ਦਿਓ ਇੱਥੇ, ਤਾਂ 2 0 ਖਤਮ ਕਰ ਦਿਓ, ਆਹ ਸਾਡਾ ਆਨਸਰ ਆ ਗਿਆ। ਠੀਕ ਹੈ, ਦੇਖ ਰਹੇ ਹੋ ਤੁਸੀਂ ਕਿੰਨੇ ਸੌਖੇ ਕੁਐਸਚਨ ਨੇਗੇ, ਕਿਉਂਕਿ ਅਸੀਂ ਕਰੇ ਨਹੀਂ ਹੋਏ ਕਿਤੇ, ਸਿਰਫ ਇਸ ਕਰਕੇ ਅਸੀਂ ਨੰਬਰ ਗਵਾ ਕੇ ਆਵਾਂਗੇ। ਜੇ ਪੇਪਰ ਦੇ ਵਿੱਚ ਆ ਗਏ ਇਹ ਕੁਐਸਚਨ ਆਉਣਗੇ ਪੱਕਾ, ਇਹ ਮੋਟਰ ਦੇ ਵਿੱਚੋਂ ਪੱਕਾ ਕੁਐਸਚਨ ਪੁੱਛੇ ਜਾਣਗੇ। ਕਲੀਅਰ ਹੋ ਗਈ ਜੀ। ਕਾਪਰ ਲਾਸ ਕਿਸ ਰੂਪ ਦੇ ਵਿੱਚ ਹੁੰਦੇ ਹਨ, ਉਹ ਸ਼ਾਇਦ ਕੁਐਸਚਨ ਰਿਪੀਟ ਕਰ ਗਿਆ ਉਸ਼ਮਾ ਦੇ ਵਿੱਚ। ਆ ਲਓ ਜੀ, ਅੱਗੇ ਦੇਖੋ ਅਗਲਾ ਕੁਐਸਚਨ ਦੇਖਦੇ ਹਾਂਗੇ। 3 ਫੇਸ ਇੰਡਕਸ਼ਨ ਮੋਟਰ ਦਾ ਟਾਰਕ ਨਿਰਭਰ ਕਰਦਾ ਹੈ। ਆਪਾਂ ਪਹਿਲਾਂ ਤਾਂ ਇਹਦਾ ਫਾਰਮੂਲਾ ਜਿਹੜਾ ਤੁਹਾਨੂੰ ਦੱਸਿਆ ਸੀ ਆਪਾਂ ਉਹ ਦੁਬਾਰਾ ਫੇਰ ਲਿਖ ਲੈਂਦੇ ਹੈਗੇ ਕਿ 3 ਫੇਸ ਦਾ ਜਿਹੜਾ ਟਾਰਕ ਹੁੰਦਾ ਉਹ ਡਿਪੈਂਡ ਕਰਦਾ ਸਲਿੱਪ ਮਲਟੀਪਲਾਈ ਬਾਈ E2 ਦਾ ਸਕੁਅਰ, ਮਤਲਬ ਕਿਹੜੀ ਵੋਲਟੇਜ ਅਸੀਂ ਦਿੱਤੀ ਹੈਗੀ, ਜਿਹੜੀ E2 ਦਾ ਮਤਲਬ ਆ ਰੋਟਰ ਦੇ ਅੰਦਰ ਜਿਹੜੀ ਵੋਲਟੇਜ ਗਈ ਆ, ਮਲਟੀਪਲਾਈ ਬਾਈ R2 ਹੇਠਲੇ ਪਾਸੇ R2 ਦਾ ਸਕੁਅਰ ਪਲੱਸ SX2 ਦਾ ਸਕੁਅਰ। ਇਹ ਪੂਰੇ ਦਾ ਪੂਰਾ ਫਾਰਮੂਲਾ ਗਾ। ਇਹਦੇ ਵਿੱਚ ਹੁਣ ਆਪਾਂ ਦੇਖ ਲੈਂਦੇ ਵੀ ਕਿਹਦੀ ਗੱਲ ਕੀਤੀ ਹੋਈ ਹੈਗੀ। ਰੋਟਰ ਦੀ ਇਨਪੁੱਟ ਜਿਹੜੀ ਆਹ ਵੋਲਟੇਜ ਹੈਗੀ, ਇਹ ਰੋਟਰ ਦੀ ਇਨਪੁੱਟ ਹੈਗੀ, ਬਿਲਕੁਲ ਠੀਕ ਹੈ, ਰੋਟਰ ਦੀ ਇਨਪੁੱਟ ਤੇ ਕਰਦਾ ਹੈਗਾ। ਦੂਜਾ ਰੋਟਰ ਦੇ ਕਾਪਰ ਲਾਸ, ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਰੋਟਰ ਦੇ ਕਾਪਰ ਲਾਸ ਵੱਧ ਹੋਣਗੇ ਤਾਂ ਟਾਰਕ ਸਾਡੀ ਘੱਟ ਪੈਦਾ ਹੋਊਗੀ, ਜੇ ਰੋਟਰ ਦੇ ਕਾਪਰ ਲਾਸ ਘੱਟ ਹੋਣਗੇ ਤਾਂ ਟਾਰਕ ਵੱਧ ਪੈਦਾ ਹੋਊਗੀ, ਤਾਂ ਲਾਸ ਘੱਟ ਤੋਂ ਘੱਟ ਹੋਣੇ ਚਾਹੀਦੇ ਆ, ਇਹਨਾਂ ਤੇ ਵੀ ਡਿਪੈਂਡ ਕਰ ਸਕਦੀ ਹੈ ਟਾਰਕ। ਘਰਸ਼ਣ ਤੇ ਸਲਿੱਪ, ਆ ਦੇਖੋ ਆ ਟਾਰਕ ਦੇ ਵਿੱਚ ਸਲਿੱਪ ਵੀ ਤਾਂ ਪਈ ਆ ਨਾ ਉੱਪਰਲੇ ਪਾਸੇ, ਆ ਤਾਂ ਡਾਇਰੈਕਟਲੀ ਪ੍ਰਪੋਰਸ਼ਨਲ ਆ, R2 ਵੀ ਡਾਇਰੈਕਟਲੀ ਪ੍ਰਪੋਰਸ਼ਨਲ, ਇਹ ਵੀ ਆ। ਤਾਂ ਘਰਸ਼ਣ ਤੇ ਸਲਿੱਪ ਦੇ ਉੱਪਰ ਵੀ ਡਿਪੈਂਡ ਕਰਦਾ ਹੈਗਾ। ਤਾਂ ਆ ਵੀ ਗੱਲ ਹੋ ਗਈ, ਆ ਵੀ ਗੱਲ ਹੋ ਗਈ, ਸਾਰੇ ਆਉਣਗੇ, ਉਪਰੋਕਤ ਸਾਰੇ ਆਉਣਗੇ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਅਗਲਾ ਕੁਐਸਚਨ ਆ, ਜਿਹੜਾ ਅਗਲਾ ਕੁਐਸਚਨ ਦੇਖੋ ਉਹ ਵੀ ਸਾਡਾ ਇਹੀ ਫਾਰਮੂਲੇ ਤੋਂ ਨਿਕਲੂਗਾ। ਤੁਹਾਨੂੰ ਇੰਨੀ ਗੱਲ ਤਾਂ ਪਤਾ ਹੋਏਗੀ ਨਾ ਕਿ ਜਿਹੜੀਆਂ ਚੀਜ਼ਾਂ ਤਾਂ ਇਸ ਬਟੇ ਤੋਂ ਉੱਪਰਲੇ ਪਾਸੇ ਪਈਆਂ ਨੇ, ਆਹ ਬਟੇ ਤੋਂ ਜਿਹੜੀਆਂ ਉੱਪਰਲੇ ਪਾਸੇ ਪਈਆਂ, ਜਿਵੇਂ ਕਿ R2 E2 ਵੋਲਟੇਜ ਜਿਹੜੀ ਆਪਣੀ ਜਾਂਦੀ ਹੈ ਸਲਿੱਪ, ਇਹਨਾਂ ਸਾਰਿਆਂ ਦੇ ਵਧਣ ਦੇ ਨਾਲ ਤਾਂ ਟਾਰਕ ਹੈ ਜਿਹੜੀ ਉਹ ਸਾਡੀ ਵੱਧਦੀ ਹੈਗੀ। ਪਰ ਜਿਵੇਂ ਹੇਠਾਂ ਰੈਕਟੈਂਸ ਪਈ ਆ, ਇਹਦੇ ਵਧਣ ਦੇ ਨਾਲ ਟਾਰਕ ਸਾਡੀ ਘਟੇਗੀ। ਇਹ ਇਨਵਰਸਲੀ ਪ੍ਰਪੋਰਸ਼ਨਲ ਨੇਗੀਆਂ ਜਿਹੜੀਆਂ ਹੇਠਾਂ ਲਿਖੀਆਂ ਹੋਈਆਂ, ਇਹ Z ਲਿਖਿਆ ਹੋਇਆ ਬੇਸਿਕਲੀ, ਇੰਪੀਡੈਂਸ ਲਿਖੀ ਹੋਈ ਹੈ ਬੇਸਿਕਲੀ ਇਹ। ਤਾਂ ਰੈਜ਼ਿਸਟੈਂਸ, ਰੋਟਰ ਰੈਜ਼ਿਸਟੈਂਸ ਦੇ ਵਧਣ ਨਾਲ ਟਾਰਕ ਵੱਧਦੀ ਹੈਗੀ, ਜੇ ਰੋਟਰ ਰੈਜ਼ਿਸਟੈਂਸ ਵੱਧ ਜੇ ਤਾਂ ਵੀ ਟਾਰਕ ਵੱਧਦੀ ਹੈਗੀ। ਜੇ ਸਾਡੇ ਕੋਲੇ E2 ਵੱਧ ਜੇ, ਜਿਹੜੀ ਸਾਡੀ ਰੋਟਰ ਦੇ ਅੰਦਰ ਵੋਲਟੇਜ ਪੈਦਾ ਹੁੰਦੀ ਆ, ਉਹਦੇ ਨਾਲ ਵੀ ਟਾਰਕ ਵੱਧਦੀ ਹੈਗੀ। ਜੇ ਸਲਿੱਪ ਵੱਧ ਜੇ, ਉਹਦੇ ਨਾਲ ਵੀ ਟਾਰਕ ਵੱਧਦੀ ਹੈਗੀ। ਇਹ ਸਾਰੀਆਂ ਗੱਲਾਂ ਦਾ ਆਪਾਂ ਧਿਆਨ ਰੱਖ ਲੈਣਾ ਗਾ। ਅੱਗੇ ਦੇਖੋ ਜੀ, 3 ਫੇਸ ਇੰਡਕਸ਼ਨ ਮੋਟਰ ਦਾ ਸਟਾਰਟਿੰਗ ਟਾਰਕ ਭਿੰਨ ਹੁੰਦਾ ਹੈ। ਉਹ ਕਿੱਦਾਂ ਬਦਲਦਾ, ਕਿੱਦਾਂ ਜਿਹੜੀ ਸਟਾਰਟਿੰਗ ਟਾਰਕ ਹੈਗੀ ਕਿਹਦੇ ਤੇ ਡਿਪੈਂਡ ਕਰਦਾ। ਬੱਚੇ ਚਾਹੇ ਸਟਾਰਟਿੰਗ ਟਾਰਕ ਪੁੱਛ ਲਵੇ, ਚਾਹੇ ਫੁੱਲ ਲੋਡ ਟਾਰਕ ਪੁੱਛ ਲਵੇ, ਜਦੋਂ ਕਦੇ ਵੀ 3 ਫੇਸ ਇੰਡਕਸ਼ਨ ਮੋਟਰ ਦੇ ਟਾਰਕ ਦੀ ਗੱਲ ਆਊਗੀ ਤਾਂ ਤੁਸੀਂ ਆਹ ਫਾਰਮੂਲਾ ਧਿਆਨ ਨਾਲ ਦੁਬਾਰੇ ਦੇਖਿਓ। ਇਹਦੇ ਵਿੱਚ ਵੋਲਟੇਜ ਦਾ ਕੀ ਸੀਗਾ, ਦੇਖਿਓ ਕੀ ਲਿਖਿਆ ਹੋਏਗਾ, ਆਹ ਦੇਖਿਓ ਕੀ ਲਿਖਿਆ ਇਹਦੇ ਉੱਪਰ, ਸਕੁਅਰ ਲਿਖਿਆ ਹੋਇਆ। ਤਾਂ ਫਾਰਮੂਲੇ ਦੇ ਅੰਦਰ ਸਕੁਅਰ ਆਉਂਦਾ ਤਾਂ ਆਪਾਂ V2 ਲਿਖਾਂਗੇ। E2 ਤੇ V2 ਇੱਕ ਹੀ ਗੱਲ ਹੁੰਦੀ ਹੈ, ਇਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ ਹੈਗਾ, ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਹੈਗਾ। ਠੀਕ ਹੈ, E2 ਹੁੰਦੀ ਹੈ EMF, V2 ਹੁੰਦੀ ਹੈ ਵੋਲਟੇਜ, ਇੱਕੋ ਹੀ ਗੱਲ ਹੁੰਦੀ ਹੈ, ਇਹਦੇ ਵਿੱਚ ਕਦੇ ਵੀ ਕਨਫਿਊਜ਼ ਨਹੀਂ ਹੋਣਾ ਹੈਗਾ। ਚਲੋ, ਸਬਬ ਤਾਂ ਫੁੱਲ ਲੋਡ ਤੇ ਇੰਡਕਸ਼ਨ ਮੋਟਰ ਦਾ ਪਾਵਰ ਫੈਕਟਰ ਹੁੰਦਾ ਹੈ। ਜਦੋਂ ਫੁੱਲ ਲੋਡ ਦੇ ਉੱਪਰ ਆ ਜਾਂਦੀ ਹੈਗੀ ਮੋਟਰ, ਸਾਨੂੰ ਇਹ ਗੱਲ ਪਹਿਲਾਂ ਨੋ ਲੋਡ ਦੇ ਉੱਪਰ ਦੇਖ ਲਓ ਵੀ ਨੋ ਲੋਡ ਦੇ ਉੱਪਰ ਚਾਹੇ ਸਾਡਾ ਟਰਾਂਸਫਾਰਮਰ ਹੋਵੇ ਚਾਹੇ ਇੰਡਕਸ਼ਨ ਮੋਟਰ, ਉਹਦਾ ਪਾਵਰ ਫੈਕਟਰ ਜਿਹੜਾ ਹੁੰਦਾ ਬਹੁਤ ਜ਼ਿਆਦਾ ਮਾੜਾ ਹੁੰਦਾ, 0.20 ਲੈਗਿੰਗ ਹੁੰਦਾ।
ਜੇ नो लोड ਦੇ ਉੱਪਰ ਹੋਵੇ। नो लोड ਦੇ ਉੱਪਰ ਪਾਵਰ ਫੈਕਟਰ ਮਾੜਾ ਹੁੰਦਾ, ਤੇ ਜੇ ਆਪਾਂ ਇਹਨੂੰ ਫੁੱਲ ਲੋਡ ਦੇ ਉੱਪਰ ਚਲਾ ਲਾਂਗੇ ਤਾਂ ਜਿਹੜਾ ਪਾਵਰ ਫੈਕਟਰ ਹੈਗਾ ਉਹ ਲਗਭਗ ਸਾਡਾ 0.85 ਲੈਗ ਤੱਕ ਪਹੁੰਚ ਜਾਂਦਾ ਹੁੰਦਾ ਜਦ ਆਪਾਂ ਫੁੱਲ ਲੋਡ ਤੇ ਇੰਡਕਸ਼ਨ ਮੋਟਰ ਚਲਾਉਣੇ ਆ। ਪਰ ਇਹ ਗੱਲ ਪੱਕੀ ਹੈ ਵੀ ਹਮੇਸ਼ਾ ਜਿਹੜੀ ਇੰਡਕਸ਼ਨ ਮੋਟਰ ਰਹਿੰਦੀ ਸਾਡੀ ਹਮੇਸ਼ਾ ਲੈਗਿੰਗ ਤੀ ਹੈਗੀ। 0.5 ਇਹਦਾ ਬਹੁਤ ਜ਼ਿਆਦਾ ਘੱਟ ਨਹੀਂ ਹੈ ਨਾ ਇਹ ਲੈਗ, ਤਾਂ ਯੂਨਿਟੀ ਹੋ ਨਹੀਂ ਸਕਦਾ ਹੈਗਾ, ਔਖਾ ਯੂਨਿਟੀ ਲੈ ਕੇ ਆਉਣਾ। ਯੂਨਿਟੀ ਇੱਕ ਚੀਜ਼ ਦਾ ਹੁੰਦਾ, ਪਤਾ ਕਾਹਦਾ ਹੁੰਦਾ ਯੂਨਿਟੀ ਪਾਵਰ ਫੈਕਟਰ? ਸਾਡਾ ਜਿਹੜਾ ਘਰ ਦੇ ਵਿੱਚ ਬੱਲਬ ਅਸੀਂ ਯੂਜ਼ ਕਰਦੇ ਸੀਗੇ ਪਹਿਲਾਂ ਯੂਜ਼ ਕਰਦੇ, ਹੁਣ ਤਾਂ ਐਲਈਡੀਆਂ ਆ ਗਈਆਂ ਨਾ, ਜਿਹੜਾ ਬੱਲਬ ਯੂਜ਼ ਕਰਦੇ ਸੀਗੇ ਐਲਈਡੀ ਦਾ ਵੀ ਪਾਵਰ ਫੈਕਟਰ ਤਾਂ ਘੱਟ ਹੀ ਹੁੰਦਾ ਹੈਗਾ। ਉਹ ਵੱਖਰੀ ਗੱਲ ਆ ਵੀ ਉਹ ਕਰੰਟ ਖਾਂਦੀ ਹੋਣੀ ਹੈਗੀ, ਬਹੁਤ ਘੱਟ ਕਰੰਟ ਲੈਂਦੀ ਹੈ, ਤਾਂ ਆਪਾਂ ਉਹਨੂੰ ਗਿਣਦੇ ਨਹੀਂ ਹੈਗੇ ਪਾਵਰ ਫੈਕਟਰ ਦਾ ਚੰਗਾ ਕਿ ਮਾੜਾ। ਚਲੋ, ਪ੍ਰੇਰਣਨ ਮੋਟਰ ਦਾ ਫਰੇਮ ਕਿਹੜੀ ਧਾਤੂ ਦਾ ਬਣਿਆ ਹੁੰਦਾ ਹੈ? ਇਹ ਜਿਹੜੀ ਪ੍ਰੇਰਣਨ ਮੋਟਰ ਕਿਹਾ ਹੋਇਆਗਾ ਇਹ ਦੇਖੋ ਐਲੂਮੀਨੀਅਮ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਦੇ ਵੀ ਫਰੇਮ ਇਹਦਾ ਨਹੀਂ ਬਣਦਾ ਹੈਗਾ, ਠੀਕ ਹੈ ਜੀ। ਉਸ ਤੋਂ ਬਾਅਦ ਸਟੇਨਲੈਸ ਸਟੀਲ ਦਾ ਨਹੀਂ ਕਦੇ ਬਣ ਸਕਦਾ ਰਹੇਗਾ, ਕਾਰਬਨ ਜਾਂ ਢਲਮਨ ਲੋਹੇ ਦਾ ਬਣਿਆ ਹੁੰਦਾ ਹੈਗਾ ਹਮੇਸ਼ਾ, ਤਾਂ ਲੋਹਾ ਲਗਾ ਦੇਣਾ ਤੁਸੀਂ, ਠੀਕ ਹੈ ਜੀ। ਪ੍ਰੇਰਣਨ ਮੋਟਰ ਵਿੱਚ ਸਟੇਟਸ ਕਿਹੜੀ, ਸਟੇਟਸ ਨਹੀਂ ਹੁੰਦਾ ਵਿੱਚ, ਸਟੇਟਰ ਆਰ ਪਊਗਾ ਇੱਥੇ, ਰਾਰਾ ਪਊਗਾ। ਕਿਹੜੀ ਧਾਤੂ ਦਾ, ਸਟੇਟਰ ਕਿਹੜੀ ਧਾਤੂ ਦਾ ਬਣਾਇਆ ਜਾਂਦਾ ਹੈ? ਇਹ ਤਾਂ ਫਿਰ ਪਹਿਲਾਂ ਵੀ ਨਹੀਂ ਕੀਤਾ ਹੈਗਾ ਆਪਾਂ, ਹੈ ਨਾ, ਇਹ ਪਹਿਲਾਂ ਕਰ ਚੁੱਕੇ ਹਾਂਗੇ ਸ਼ਾਇਦ। ਤਾਂਬੇ ਦਾ ਨਹੀਂ ਹੁੰਦਾ ਸਟੇਟਰ ਕਿਹਾ ਹੋਇਆ ਇਹਨੇ, ਸਟੇਟਰ ਤਾਂਬੇ ਥੋੜ੍ਹਾ ਹੁੰਦਾ। ਸਟੇਨਲੈਸ ਸਟੀਲ, ਸਿਲੀਕॉन ਸਟੀਲ ਜਾਂ ਸਟੇਨਲੈਸ ਸਟੀਲ ਦਾ ਕੁਝ ਨਹੀਂ ਹੁੰਦਾ ਹੈ, ਕਾਰਬਨ ਜਾਂ ਫਿਰ ਸਿਲੀਕॉन ਸਟੀਲ। ਇਹਦੇ ਵਿੱਚ ਆਪਣੇ ਕੋਲੇ ਕਿਉਂਕਿ ਧਾਤੂ ਦਾ ਤਾਂ ਸਿਲੀਕॉन ਸਟੀਲ ਲੈਮੀਨੇਸ਼ਨ ਬਣਾਵਾਂਗੇ ਆਪਾਂ ਇਹਨੂੰ, ਠੀਕ ਹੈ ਜੀ। ਸਟੇਨਲੈਸ ਕਿਹੜੀ ਧਾਤੂ ਦਾ ਬਣਿਆ ਹੁੰਦਾ ਹੈ? ਮੋਟਰ ਵਿੱਚ ਸਟੇਟਰ ਕਿਹੜੀ ਧਾਤੂ ਦਾ ਬਣਿਆ? ਸਟੇਨਲੈਸ ਸਟੀਲ ਦਾ ਬਣਿਆ ਹੁੰਦਾ ਜੀ, ਠੀਕ ਹੈ। ਸਿਲੀਕॉन ਸਟੀਲ ਦੀਆਂ ਪੱਤੀਆਂ ਪਾਈਆਂ ਹੁੰਦੀਆਂ ਨੇ। ਪਿੰਜਰਾ ਪ੍ਰਾਰੂਪੀ, ਪਿੰਜਰਾ ਪ੍ਰਾਰੂਪੀ ਦਾ ਮਤਲਬ ਜਿਹੜਾ ਅਸੀਂ ਕਰ ਲਗੇ ਇਹ ਨਹੀਂ ਕਹਿ ਰਹੇ ਬਾਰ-ਬਾਰ ਦੋ ਤਰ੍ਹਾਂ ਦੀਆਂ ਮੋਟਰਾਂ ਆਉਂਦੀਆਂ, ਇਹਨੂੰ ਅਸੀਂ ਪਿੰਜਰਾ ਬਣਾਉਣੇ ਹੈਗੇ। ਪਿੰਜਰਾ ਪ੍ਰਾਰੂਪੀ, ਪਿੰਜਰੇ ਦਾ ਮਤਲਬ ਵੀ ਇੱਦਾਂ ਇੱਦਾਂ ਸਾਰੇ ਪਾਸੇ ਬਾਰਸ ਪਈਆਂ, ਉੱਪਰਲੇ ਪਾਸੇ ਇੱਦਾਂ ਕਰਕੇ ਇਹਨੂੰ ਇੱਦਾਂ ਬਣਾਇਆ ਹੁੰਦਾ ਹੈਗਾ, ਹੈ ਨਾ। ਆਹ ਗੁਲਾਈ ਜੀ ਇੱਦਾਂ ਬਣਾਈ ਹੁੰਦੀ ਜਿਹੜੀ ਅਸੀਂ ਉਹਦੇ ਅੰਦਰਲੇ ਪਾਸੇ ਬਾਰ ਪਾਉਣੇ, ਜਿਹੜੀ ਵਾਈਂਡਿੰਗ ਪਾਉਣੇ ਹੈਗੇ ਆਪਾਂ। ਤਾਂ ਪਿੰਜਰਾ ਪ੍ਰਾਰੂਪੀ ਤ੍ਰਿਕਲੀ ਪ੍ਰੇਰਣ ਦਾ ਪਾਰਟ ਨਹੀਂ ਹੈ। ਇਹਦਾ ਪਾਰਟ ਕਿਹੜਾ ਨਹੀਂ ਹੈ? ਤੁਹਾਨੂੰ ਯਾਦ ਹੋਗਾ, ਤੁਹਾਨੂੰ ਕਿਹਾ ਸੀਗਾ ਮੈਂ ਵੀ ਇਹ ਕੁਐਸਚਨ ਪੁੱਛਿਆ ਜਾ ਸਕਦਾ। ਰੋਟਰ ਤਾਂ ਹਰੇਕ ਮੋਟਰ 'ਚ ਹੁੰਦਾ ਹੈਗਾ, ਸਟੇਟਰ ਹਰੇਕ 'ਚ ਹੁੰਦਾ, ਸ਼ਾਫਟ ਹਰੇਕ 'ਚ ਹੁੰਦੀ ਹੈ, ਪਰ ਬ੍ਰਸ਼ ਨਹੀਂ ਹੁੰਦੇ ਇਹਦੇ ਅੰਦਰ, ਠੀਕ ਹੈ। ਤਾਂ ਜੇ ਮੇਰੇ ਹਿਸਾਬ ਨਾਲ ਤੁਸੀਂ ਇਹ ਕੋਰਸ ਕੀਤਾ ਹੁੰਦਾ ਤਾਂ ਤੁਹਾਨੂੰ ਇੱਕ ਵੀ ਕੁਐਸਚਨ ਮੈਥੋਂ ਇਹ ਦੁਬਾਰਾ ਸਿੱਖਣ ਦੀ ਲੋੜ ਨਹੀਂ ਪੈਣੀ ਸੀ, ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਤੁਸੀਂ ਆਪਣੇ ਆਪ ਹੀ ਕਰ ਲੈਣੇ ਸੀ ਇਹ ਕੁਐਸਚਨ। ਚਲੋ, ਪਿੰਜਰਾ ਪ੍ਰਾਰੂਪੀ ਪ੍ਰੇਰਣ ਦੀ ਤੁਲਨਾ ਵਿੱਚ ਸਲਿਪਰਿੰਗ ਮੋਟਰ ਦੀ ਕੁਸ਼ਲਤਾ ਡੈਸ਼ ਜਾ ਹੁੰਦੀ ਹੈ। ਇਹਦੀ ਤੁਲਨਾ ਵਿੱਚ ਸਲਿਪਰਿੰਗ ਦੀ ਜਿਹੜੀ ਕੁਸ਼ਲ ਦਾ ਮਤਲਬ ਹੁੰਦੀ ਹੈ ਐਫੀਸ਼ੀਐਂਸੀ, ਤੇ ਐਫੀਸ਼ੀਐਂਸੀ ਜਿਹੜੀ ਹੁੰਦੀ ਹੈ ਲਗਭਗ ਉਹ ਬਰਾਬਰ ਹੀ ਹੁੰਦੀ ਹੈ, ਕੋਈ ਬਹੁਤਾ ਫਰਕ ਨਹੀਂ ਹੁੰਦਾ ਹੈਗਾ, ਠੀਕ ਹੈ ਜੀ। ਕੋਈ ਬਹੁਤਾ ਫਰਕ ਨਹੀਂ ਹੁੰਦਾ ਹੈਗਾ, ਐਫੀਸ਼ੀਐਂਸੀ ਬਰਾਬਰ ਹੀ ਹੁੰਦੀ ਹੈ। ਪਰ ਜੇ ਟਾਰਕ ਦੀ ਗੱਲ ਕਰੇ, ਟਾਰਕ ਆ ਪਿੰਜਰੇ ਵਾਲੇ ਦੀ ਘੱਟ ਹੋਊਗੀ ਟਾਰਕ, ਤੇ ਸਲਿਪਰਿੰਗ ਦੀ ਟਾਰਕ ਵੱਧ ਹੋਊਗੀ, ਇਹ ਗੱਲ ਵੀ ਯਾਦ ਰੱਖਣੀ ਹੈਗੀ। ਪਿੰਜਰਾ ਪ੍ਰਾਰੂਪੀ 3 ਫੇਸ ਪ੍ਰੇਰਕ ਮੋਟਰ ਦੀ ਸਪੀਡ, ਇਹਨੂੰ ਆਪਾਂ ਸਟੇਟਰ ਸਾਈਡ ਨਾਲ ਬਦਲਦੀ ਹੈ, ਰੋਟਰ ਸਾਈਡ ਨਾਲ ਤਾਂ ਬਦਲ ਹੀ ਨਹੀਂ ਸਕਦੀ ਹੈ, ਕਿਉਂਕਿ ਉੱਥੇ ਤਾਂ ਆਪਾਂ ਕੁਝ ਕਰ ਹੀ ਨਹੀਂ ਸਕਦੇ ਹੈਗੇ। ਪਿੰਜਰੇ ਵਾਲੀ ਮੋਟਰ ਆ ਜਿਹੜੀ ਸਕਰਲ ਕੇਜ ਆ, ਸਟੇਟਰ ਤੇ ਰੋਟਰ ਦੋਨਾਂ ਸਾਈਡ ਤੋਂ ਇਹ ਵੀ ਨਹੀਂ ਹੋ ਸਕਦਾ ਹੈਗਾ। ਸਪਲਾਈ ਵੋਲਟੇਜ ਸਾਈਡ ਨਾਲ ਬਦਲੀ ਜਾ ਸਕਦੀ ਹੈ, ਤਾਂ ਸਟੇਟਰ ਸਾਈਡ ਆ ਦੋਨੇ ਇੱਕ ਹੀ ਆਪਸ਼ਨ ਨੇ ਇਹਦੇ ਵਿੱਚ। ਆਹ ਆਪਸ਼ਨ ਪਹਿਲੀ ਆਪਸ਼ਨ ਹੈ ਜਿਹੜੀ ਇਹ ਵੱਧ ਸਹੀ ਬਣਦੀ ਪਈ ਹੈਗੀ, ਕਿਉਂਕਿ ਜੇ ਆਪਾਂ ਵੋਲਟੇਜ ਬਦਲਾਂਗੇ ਉਹ ਬਦਲਾਂਗੇ ਕਿੱਥੇ? ਸਟੇਟਰ ਸਾਈਡ ਦੀ ਬਦਲਾਂਗੇ ਨਾ। ਤਾਂ ਕੋਈ ਵੀ ਆਪਾਂ ਜੇ ਇਹਦੀ ਵੋਲਟੇਜ ਨੂੰ, ਇਹਦੀ ਆਪਣੀ ਸਪੀਡ ਨੂੰ ਕੰਟਰੋਲ ਕਰਨਾ ਗਾ, ਆਪਾਂ ਵਧਾਉਣੀ ਹੈਗੀ ਜਾਂ ਸਪੀਡ ਘਟਾਉਣੀ ਹੈਗੀ, ਤਾਂ ਸਾਨੂੰ ਕੀ ਕਰਨਾ ਪਏਗਾ? ਸਾਨੂੰ ਇਹਦੇ ਸਟੇਟਰ ਦੇ ਨਾਲ ਹੀ ਪੰਗਾ ਲੈਣਾ ਪਏਗਾ। ਓਕੇ ਜੀ, ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ ਜੀ, ਅਗਲੇ ਕੁਐਸਚਨ ਦੇ ਵਿੱਚ ਕਹਿੰਦਾ ਜੇਕਰ 3 ਫੇਸ ਪ੍ਰੇਰਣ ਮੋਟਰ ਦੀ ਸਪਲਾਈ ਦਾ ਮਾਨ ਦੁੱਗਣਾ ਕਰ ਦਿੱਤਾ ਜਾਵੇ ਤਾਂ ਬਲਾ ਅਘੂਰਨ, ਇਹ ਬਲਾ ਅਘੂਰਨ ਰਾਜੀ ਟਾਰਕ ਨੂੰ ਹੀ ਕਹਿੰਦੇ ਆਂਗੇ ਆਪਾਂ। ਅੱਛਾ, ਇਹਦੇ ਵਿੱਚ ਕਨਫਿਊਜ਼ ਨਾ ਹੋ ਜਾਓ, ਅਘੂਰਨ ਕਹਿੰਦੇ ਆਪਾਂ ਟਾਰਕ ਨੂੰ। ਅਘੂਰਨ ਦੇ ਮਾਨ ਤੇ ਪ੍ਰਭਾਵ ਕੀ ਹੋਵੇਗਾ ਵੀ ਜੇ ਆਪਾਂ ਵੋਲਟੇਜ ਨੂੰ ਆਪਾਂ ਕੀ ਕਰ ਦਈਏ? ਦੁੱਗਣਾ ਕਰ ਦਈਏ। ਦੇਖੋ ਰਾਜੀ, ਹੁਣੇ ਆਪਾਂ ਟਾਰਕ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ v ਸਕੁਅਰ ਕੀਤਾ ਹੈਗਾ ਨਾ, ਤੇ ਜੇ ਆਪਾਂ ਇਹਨੂੰ ਦੁੱਗਣਾ ਕਰਾਂਗੇ, ਜਦੋਂ ਦੁੱਗਣੇ ਦਾ ਸਕੁਅਰ ਕਰਾਂਗੇ ਤਾਂ 2 ਦੂਣੀ 4 ਨਹੀਂ ਹੋ ਜੂਗਾ ਇਹ। ਤਾਂ ਵੋਲਟੇਜ ਨੂੰ ਜੇ ਆਪਾਂ ਦੁੱਗਣਾ ਕਰਾਂਗੇ ਤਾਂ ਟਾਰਕ ਸਾਡੀ ਕਿੰਨੇ ਗੁਣਾ ਵੱਧ ਜਾਂਦੀ ਹੈ? 4 ਗੁਣਾ ਵੱਧ ਜਾਂਦੀ ਹੈ। ਤਾਂ ਆਨਸਰ ਜਿਹੜਾ ਆਏਗਾ ਇਹਦਾ C ਆਏਗਾ ਵੀ 4 ਗੁਣਾ ਟਾਰਕ ਸਾਡੀ ਵੱਧ ਜੂਗੀ। ਜੇ ਇੱਥੇ 3 ਗੁਣਾ ਕਰ ਦਿੰਦੇ ਵੋਲਟੇਜ ਨੂੰ ਤਾਂ 3 ਗੁਣਾ ਦਾ ਕਿੰਨਾ ਆਉਣਾ ਸੀਗਾ ਸਾਡਾ? 3 9 ਗੁਣਾ ਵੱਧ ਜਾਣੀ ਸੀਗੀ ਸਾਡੀ ਜਿਹੜੀ ਟਾਰਕ ਸੀਗੀ। ਤੇ ਜੇ ਉਹਨੇ ਕਿਹਾ ਸੀਗਾ 1.5 ਗੁਣਾ ਵੱਧ ਕਰ ਦਈਏ ਤਾਂ 1.5 ਗੁਣਾ ਸਕੁਅਰ ਪਤਾ ਕਿੰਨਾ ਹੁੰਦਾ ਹੈਗਾ? 15 225 ਹੁੰਦਾ ਨਾ, ਤਾਂ 2.25 ਗੁਣਾ ਵੱਧ ਜੂ। ਮਤਲਬ ਸਕੁਅਰ ਕਰਕੇ ਆਨਸਰ ਦੇਣਾ ਤਾਂ ਜੀ ਤੁਸੀਂ। ਕਲੀਅਰ ਹੋ ਗਈ ਜੀ ਗੱਲ ਇਹ। ਅੱਗੇ ਦੇਖੋ ਜੀ, ਇੱਕ 3 ਫੇਸ ਮੋਟਰ ਹੈਗੀ, 440 ਉਹਦੀ ਵੋਲਟੇਜ ਹੈਗੀ। ਇਹਦੇ ਨਾਲ ਜੋ ਸਪੀਡ ਕੱਢਣੀ ਹੋਵੇ ਨਾ ਆਪਾਂ, ਆਹ 440 ਵੋਲਟੇਜ ਬੇਕਾਰ ਹੁੰਦੀ ਹੈ, ਇਹਦਾ ਕੋਈ ਮਤਲਬ ਨਹੀਂ ਹੁੰਦਾ।
50 ਹਰਟਸ ਪ੍ਰੇਰਣ ਮੋਟਰ ਦੀ ਵਾਸਤਵਿਕ ਗਤੀ ਹੈ ਜਿਹੜੀ ਇੰਡਕਸ਼ਨ ਮੋਟਰ ਦੀ ਜਿਹੜੀ ਵਾਸਤਵਿਕ ਗਤੀ ਹੈ ਉਹ 950 ਆ। 950 ਕੀ ਆ ਬੱਚੇ ਐਨ ਆਰ ਆ। ਐਨ ਆਰ ਕਿੰਨਾ ਗਾ 950 ਆਰਪੀਐਮ ਆਗਾ। ਠੀਕ ਹੈ ਐਨ ਆਰ ਆ ਰੋਟਰ ਦੀ। ਜੇਕਰ ਮਸ਼ੀਨ ਵਿੱਚ 6 ਧਰੁਵ ਹੋਣ ਤਾਂ ਪ੍ਰਤੀਸ਼ਤ ਸਲਿੱਪ ਪਤਾ ਕਰੋ। 6 ਪੋਲ ਦੀ ਮੋਟਰ ਹੈਗੀ ਤਾਂ 6 ਪੋਲ ਦੀ ਮੋਟਰ ਵਾਸਤੇ ਜਿਹੜੀ ਐਨ ਐਸ ਆਊਗੀ ਸਾਡੀ ਉਹ ਕਿੰਨੀ ਆਊਗੀ 120 F/P ਦੇ ਹਿਸਾਬ ਨਾਲ ਇੱਥੇ ਭਰ ਕੇ ਦੇਖ ਲਓ। ਐਫ ਦੀ ਵੈਲਿਊ ਉਹਨੇ ਦਿੱਤੀ ਹੋਈ ਹੈ ਫਰੀਕੁਐਂਸੀ 50 ਹੈਗੀ ਨਾ ਤਾਂ 120 × 50 ਗੁਣਾ ਪੋਲ ਕਿੰਨੇ ਨੇਗੇ ਸਾਡੇ 6 ਨੇਗੇ ਤਾਂ 6 ਇਹ ਆ ਗਿਆ 6 ਦੂਣੀ 12000 ਇਹ ਆ ਗਿਆ 5 ਦੂਣੀ 10000 ਆ ਗਿਆ 1000 ਆਰਪੀਐਮ ਸਾਡੀ ਕੀ ਆਈ ਹੈਗੀ ਸਾਡੀ ਸਿੰਕਰੋਨਸ ਸਪੀਡ ਆਈ ਆ। ਕੱਢਣਾ ਕੀ ਆ ਬੱਚੇ ਹੁਣ ਪ੍ਰਤੀਸ਼ਤ ਸਲਿੱਪ ਤੁਹਾਨੂੰ ਪਤਾ ਨਾ ਫਾਰਮੂਲਾ ਉੱਪਰਲੇ ਪਾਸੇ ਕਰਕੇ ਆਏਗੇ ਸਲਿੱਪ ਦਾ ਫਾਰਮੂਲਾ NS - NR / NS। ਠੀਕ ਹੈ ਬੱਚੇ ਤਾਂ NS ਤੁਹਾਡੀ ਕਿੰਨੀ ਆ 1000 ਹੈਗੀ ਮਾਈਨਸ NR ਤੁਹਾਨੂੰ ਕਿੰਨੀ ਦਿੱਤੀ ਹੋਈ ਹੈਗੀ ਇੱਥੇ NR ਤੁਹਾਨੂੰ ਕਿਹਾ ਹੋਇਆ 950 ਆਹ 950 ਆ ਗਈ ਮਾਈਨਸ 950 ਕਰ ਲੈਂਦੇ ਡਿਵਾਈਡ ਬਾਈ ਫਿਰ 1000 ਲਿਖਿਆ ਜਾਊਗਾ ਤਾਂ ਇਹਦੇ ਵਿੱਚ ਜਦੋਂ ਘਟਾਵਾਂਗੇ 50/1000 ਆ ਗਿਆ। 50/1000 ਦਾ ਮਤਲਬ ਜੇ ਆਪਾਂ ਪਰਸੈਂਟੇਜ ਦੇ ਵਿੱਚ ਕੱਢਣੀ ਪਰਸੈਂਟੇਜ ਦਿੱਤਾ ਹੋਇਆ ਨਾ ਸਾਰਾ ਤਾਂ ਪਰਸੈਂਟੇਜ ਕੱਢਣ ਵਾਸਤੇ ਨਾਲ 100 ਗੁਣਾ ਕਰਨਾ ਪਊਗਾ। ਜੇ ਪਰਸੈਂਟੇਜ ਨਾ ਕੱਢਣੀ ਸੀ ਫਿਰ ਆਪਾਂ 100 ਨਾਲ ਗੁਣਾ ਨਾ ਕਰਦੇ ਤਾਂ 2 0 ਨਾਲ 2 0 ਕੱਟेंगे ਤਾਂ ਜੀ 1 ਨਾਲ ਆ 0 ਕੱਟੇ ਇਕੱਲਾ ਕਿੰਨਾ ਆ ਗਿਆ ਸਾਡਾ 5 ਤਾਂ 5% ਸਾਡਾ ਆਨਸਰ ਆ ਗਿਆ ਜੀ। ਦੇਖਿਆ ਕਿੰਨਾ ਸੌਖਾ ਕੁਐਸਚਨ ਸੀਗਾ। ਠੀਕ ਹੈ ਤਾਂ ਬਸ ਤੁਸੀਂ ਇਹ ਅੰਦਾਜ਼ਾ ਲਾਉਣਾ ਹੁੰਦਾ ਇਹ ਪੁੱਛ ਕੀ ਰਿਹਾ। ਸਭ ਤੋਂ ਪਹਿਲਾਂ ਨੇ ਕੀ ਪੁੱਛਿਆ ਸੀਗਾ ਮੈਂ ਦੁਬਾਰਾ ਫੇਰ ਕਰਵਾਉਣ ਲੱਗਿਆ ਇਹਨੂੰ। ਸਭ ਤੋਂ ਪਹਿਲਾਂ ਨੇ ਕਿਹਾ ਕੀ ਸੀਗਾ ਉਹਨੇ ਕਿਹਾ ਸੀਗਾ ਪ੍ਰਤੀਸ਼ਤ ਸਲਿੱਪ ਪਤਾ ਕਰੋ ਤਾਂ ਸਲਿੱਪ ਜਦੋਂ ਉਹਨੇ ਕਿਹਾ ਸਾਨੂੰ ਪਤਾ ਵੀ ਸਲਿੱਪ ਦਾ ਫਾਰਮੂਲਾ ਆ ਹੁੰਦਾ ਸਾਨੂੰ ਦੋ ਚੀਜ਼ਾਂ ਕੱਢਣੀਆਂ ਪੈਣੀਆਂ ਇੱਕ NS ਇੱਕ NR ਫਿਰ ਇਹ ਪਤਾ ਲੱਗੂ ਨਾ ਸਾਨੂੰ ਸਲਿੱਪ ਦਾ। ਹੁਣ NR ਜਿਹੜਾ ਉਹਨੇ ਦਿੱਤਾ ਹੋਇਆ RPM ਦੇ ਵਿੱਚ ਸਾਨੂੰ ਜਿਹੜਾ ਦਿੱਤਾ ਹੋਇਆ ਗਾ NR NS ਕਿੱਥੋਂ ਨਿਕਲਦਾ ਹੁੰਦਾ ਗਾ ਇੱਕ ਪੋਲ ਪਤਾ ਹੋਣੇ ਚਾਹੀਦੇ ਇੱਕ ਆਹ ਪਤਾ ਹੋਣੀ ਚਾਹੀਦੀ ਹੈ ਫਰੀਕੁਐਂਸੀ। ਠੀਕ ਹੈ ਬੱਚਿਓ ਚਲੋ ਅੱਗੇ ਚੱਲਦੇ ਆਂਗੇ ਆਪਾਂ। ਇੱਕ 20 HP 3 ਫੇਸ ਇਹਦੀ ਮੋਟਰ ਦਾ ਪੂਰਨ ਭਾਰ ਕਰੰਟ ਕਿੰਨਾ ਹੋਵੇ ਕਰੰਟ ਪੁੱਛ ਰਿਹਾ ਰਾਜੇ। ਕਰੰਟ ਕੱਢਣ ਵਾਸਤੇ ਮੋਸਟਲੀ ਜਿਹੜੀਆਂ 3 ਫੇਸ ਮੋਟਰਾਂ ਨੇਗੀਆਂ ਜਿਹੜੀ ਆਹ HP ਨਹੀਂ ਹੈਗੀ ਸਾਡੀ 20 HP ਲਗਭਗ ਜਿਹੜਾ ਇੱਕ ਫਾਰਮੂਲਾ ਬਣਾਇਆ ਹੋਇਆ ਗਾ ਉਹ ਇਹ ਬਣਾਇਆ ਹੋਇਆ ਗਾ ਵੀ 20 ਨੂੰ ਜੇ ਆਪਾਂ ਜਿੰਨੇ ਵੀ HP ਦੀ ਮੋਟਰ ਹੋਵੇ 3 ਫੇਸ ਉਸ 20 ਨੂੰ ਜੇ ਆਪਾਂ ਗੁਣਾ ਕਰਾਂਗੇ 1.5 ਦੇ ਨਾਲ ਲਗਭਗ ਜਿੰਨਾ ਸਾਡਾ ਆਨਸਰ ਆਊਗਾ ਉਹ ਸਾਡਾ ਕਰੰਟ ਹੁੰਦਾ ਗਾ। ਤਾਂ 30 ਦੇ ਨੇੜੇ ਤੇੜੇ ਵੈਲਿਊ ਦੇਖਿਓ ਆਹ 30 ਦੇ ਨੇੜੇ ਆ ਨਹੀਂ ਹੈਗੀ ਬਹੁਤ ਦੂਰ ਆ ਬਹੁਤ ਦੂਰ ਆ 30 ਤੋਂ ਆ ਬਹੁਤ ਦੂਰ ਆ ਗਈ ਆਹ ਆਨਸਰ ਬਣਦਾ ਗਾ। ਤਾਂ ਹਰੇਕ ਮੋਟਰ ਆਪਦੀ ਜਿਹੜੀ HP ਪਾਵਰ ਹੁੰਦੀ ਹੈਗੀ ਉਹ ਤੋਂ 1.5 ਗੁਣਾ ਕਰੰਟ ਵੱਧ ਲੈਂਦੀ ਹੈਗੀ। ਚਲੋ ਅਗਲਾ ਕੁਐਸਚਨ ਆਪਾਂ ਕਰਦੇ ਹਾਂ। ਅਗਲੇ ਕੁਐਸਚਨ ਦੇ ਵਿੱਚ ਫਿਰ ਉਹੀ ਪੁੱਛਿਆ ਇਹਨੇ ਕਿ ਮੋਟਰ ਦਾ ਆਰੰਭਿਕ ਬਲਾਪੂਰਨ ਅਨੁਪਾਤੀ ਹੁੰਦਾ ਹੈ। ਇਹ ਸੇਮ ਤੁਹਾਨੂੰ ਪਤਾ E2 ਦੇ ਸਕੁਅਰ ਹੁੰਦਾ ਹੈਗਾ। ਠੀਕ ਹੈ ਸੇਮ ਹੀ ਹੈਗਾ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ। ਤਾਂ ਨੈਕਸਟ ਕੁਐਸਚਨ ਦੇ ਵਿੱਚ ਉਹ ਪੁੱਛ ਰਿਹਾ ਹੈਗਾ ਇੰਡਕਸ਼ਨ ਮੋਟਰ ਵਿੱਚ ਟਰਾਂਸਫਾਰਮਰ ਦੀ ਤੁਲਨਾ ਵਿੱਚ ਢਾਹ ਫਲਕਸ ਜ਼ਿਆਦਾ ਹੁੰਦੀ ਹੈ। ਢਾਹ ਫਲਕਸ ਦੇਖੋ ਦੋ ਤਰ੍ਹਾਂ ਦੀਆਂ ਫਲਕਸ ਹੁੰਦੀਆਂ ਇੱਕ ਤਾਂ ਹੁੰਦੀ ਹੈ ਯੂਜ਼ਫੁਲ ਫਲਕਸ ਜਿਹੜੀ ਵਰਤੋਂ 'ਚ ਆਉਂਦੀ ਹੈ ਇੱਕ ਤਾਂ ਵਰਤੋਂ 'ਚ ਆਉਣ ਵਾਲੀ ਫਲਕਸ ਹੁੰਦੀ ਹੈਗੀ ਚੁੰਬਕ ਇੱਕ ਹੁੰਦੀ ਹੈ ਢਾਹ ਫਲਕਸ। ਢਾਹ ਫਲਕਸ ਹੁੰਦੀ ਹੈਗੀ ਜਿਹੜੀ ਸਾਡੀ ਬੇਕਾਰ ਚਲੀ ਜਾਂਦੀ ਹੈ। ਮੰਨ ਲਓ ਸਾਡੇ ਕੋਲ ਇੱਕ ਇੱਥੇ ਅਸੀਂ ਚੁੰਬਕ ਪੈਦਾ ਕੀਤੀ ਹੈਗੀ ਉਹ ਚੁੰਬਕ ਸਾਡੀ ਕੋਰ ਦੇ ਵਿੱਚੋਂ ਘੁੰਮ ਕੇ ਇੱਧਰ ਨੂੰ ਨਾ ਜਾਵੇ ਅਤੇ ਇੱਥੇ ਆਪਣਾ ਪਾਥ ਕੰਪਲੀਟ ਕਰ ਲਏ ਉਹਨੂੰ ਆਪਾਂ ਲੀਕੇਜ ਫਲਕਸ ਜਾਂ ਫਿਰ ਢਾਹ ਫਲਕਸ ਕਹਿੰਦੇ ਹੈਗੇ। ਠੀਕ ਹੈ ਜੀ ਇਹ ਕਹਿੰਦਾ ਜ਼ਿਆਦਾ ਹੁੰਦੀ ਹੈ ਇੰਡਕਸ਼ਨ ਮੋਟਰ ਦੇ ਵਿੱਚ ਇਹ ਜ਼ਿਆਦਾ ਹੁੰਦੀ ਹੈਗੀ ਟਰਾਂਸਫਾਰਮਰ ਨਾਲੋਂ। ਉਹਦਾ ਕਾਰਨ ਇਹ ਆ ਵੀ ਟਰਾਂਸਫਾਰਮਰ ਦੇ ਵਿੱਚ ਤਾਂ ਸਾਡੇ ਕੋਲ ਇੱਕ ਕਾਮਨ ਕੋਰ ਹੁੰਦੀ ਹੈਗੀ ਇਹਦੇ ਉੱਪਰ ਪ੍ਰਾਇਮਰੀ ਰੱਖੀ ਹੁੰਦੀ ਹੈ ਅਤੇ ਇਹਦੇ ਉੱਪਰ ਆਪਣੀ ਸੈਕੰਡਰੀ ਰੱਖੀ ਹੁੰਦੀ ਹੈਗੀ। ਪਰ ਇੰਡਕਸ਼ਨ ਮੋਟਰ ਦੇ ਵਿੱਚ ਕੀ ਹੁੰਦਾ ਗਾ ਉਹਦੇ ਵਿੱਚ ਸਾਡੇ ਕੋਲ ਪ੍ਰਾਇਮਰੀ ਜਿਹੜੀ ਹੁੰਦੀ ਆ ਉਹ ਬਾਹਰਲੇ ਪਾਸੇ ਹੁੰਦੀ ਆ ਸਟੇਟਰ ਇਹਨੂੰ ਆਪਾਂ ਪ੍ਰਾਇਮਰੀ ਮੰਨਦੇ ਆਂਗੇ ਅਤੇ ਉਹਦੇ ਵਿਚਕਾਰ ਸਾਡੀ ਹਵਾ ਹੁੰਦੀ ਹੈ ਇੱਥੇ ਏਅਰ ਗੈਪ ਹੁੰਦਾ ਅਤੇ ਸੈਕੰਡਰੀ ਸਾਡੀ ਇਹਦੇ ਅੰਦਰਲੇ ਪਾਸੇ ਹੁੰਦੀ ਆ। ਤਾਂ ਪ੍ਰਾਇਮਰੀ ਤੋਂ ਸੈਕੰਡਰੀ ਵੱਲ ਜਿਹੜੀ ਸਾਡੀ ਫਲਕਸ ਜਾਂਦੀ ਆ ਉਹਦੇ ਵਿਚਕਾਰ ਕੀ ਆਉਂਦੀ ਹਵਾ ਆਉਂਦੀ ਆ ਏਅਰ ਗੈਪ ਆਉਂਦਾ। ਤਾਂ ਹਵਾ ਦਾ ਜਿਹੜਾ ਅੰਤਰਾਲ ਹੈਗਾ ਇਹਦੇ ਵਿੱਚ ਸਾਡੀ ਜਿਹੜੀ ਫਲਕਸ ਉਹ ਲੀਕੇਜ ਬਹੁਤ ਹੁੰਦੀ ਹੈਗੀ। ਤਾਂ ਇਹੀ ਕਾਰਨ ਹੈਗਾ। ਠੀਕ ਹੈ ਬੱਚੇ ਓਕੇ ਜੀ। ਤਾਂ ਕਾਰਡ ਦਾ ਜਿਹੜਾ ਆਨਸਰ ਆ ਸਾਡਾ ਉਹ B ਆਨਸਰ ਬਣੂਗਾ ਕਿ ਮੋਟਰ ਦੇ ਵਿੱਚ ਹਵਾ ਅੰਤਰਾਲ ਜਿਹੜਾ ਏਅਰ ਗੈਪ ਆ ਉਹ ਜ਼ਿਆਦਾ ਹੁੰਦਾ ਹੈਗਾ। ਅਗਲਾ ਕੁਐਸਚਨ ਦੇਖ ਲੈਂਦੇ ਆਂਗੇ 6 ਪੋਲ ਦੀ ਇੰਡਕਸ਼ਨ ਮੋਟਰ 4 ਸਲਿੱਪ ਦੇ ਉੱਪਰ 4% ਦੇ ਉੱਪਰ 960 ਤੇ ਘੁੰਮ ਰਹੀ ਹੈ। ਮੋਟਰ ਨੂੰ ਦਿੱਤੀ ਜਾਣ ਵਾਲੀ ਫਰੀਕੁਐਂਸੀ ਦਾ ਮਾਨ ਦੱਸੋ ਜੀ। ਫਰੀਕੁਐਂਸੀ ਕਿੰਨੀ ਹੋਵੇਗੀ ਇਹ ਦੇਖੋ ਸਾਨੂੰ ਜਦੋਂ ਅਸੀਂ ਬਾਰ-ਬਾਰ ਕੁਐਸਚਨ ਕਰਾਂਗੇ ਸਾਨੂੰ ਇਹ ਆਪਦੇ ਆਪ ਹੀ ਪਤਾ ਲੱਗਣ ਲੱਗ ਜਾਊਗਾ ਵੀ ਜੇ 6 ਪੋਲ ਦੀ ਮੋਟਰ ਹੈਗੀ ਜੇ ਅਸੀਂ 50 ਹਰਟਸ ਫਰੀਕੁਐਂਸੀ ਮੰਨਦੇ ਸੀਗੇ ਤਾਂ ਇੱਥੋਂ ਜਿਹੜੀ ਸਾਡੇ ਕੋਲ ਸਿੰਕਰੋਨਸ ਸਪੀਡ ਆਉਂਦੀ ਸੀ 1000 ਆਉਂਦੀ ਸੀਗੀ ਨਾ ਤਾਂ 1000 ਦਾ ਜੇ ਆਪਾਂ 4% ਇਹਦਾ ਘਟਾ ਲਈਏ 1000 ਦਾ ਜਿਹੜਾ 4% ਹੁੰਦਾ ਹੈ ਕਿੰਨਾ ਹੁੰਦਾ 4% 40 ਹੋਊਗਾ ਜੀ 40 ਹੋਊਗਾ। ਠੀਕ ਹੈ ਇਹਦਾ ਮਤਲਬ 40 ਘਟਾ ਲਓ 40 ਘਟਾ ਲਓ ਮਤਲਬ ਕਿ ਇਹਦੇ ਵਿੱਚੋਂ 1000 ਚੋਂ 40 ਘਟਾਏ ਆਪਣੇ ਕੋਲ ਕਿੰਨਾ ਰਹਿ ਗਿਆ 960 ਰਹਿ ਗਿਆ ਨਾ। ਤਾਂ ਸਪੀਡ ਇਹਨੇ ਕਿੰਨੀ 960 ਕਹੀ ਹੋਈ ਹੈ ਨਾ ਤਾਂ ਇਹ 50 ਹਰਟਸ ਫਰੀਕੁਐਂਸੀ ਦੇ ਉੱਪਰ ਹੁੰਦੀ ਹੈਗੀ ਇਹ
ਠੀਕ ਹੈ। ਤੁਸੀਂ ਇਹ ਭਰ ਕੇ ਦੇਖ ਲੈਣਾ, ਜ਼ਿਆਦਾਤਰ 50 ਹਰਟਜ਼ ਫ੍ਰੀਕੁਐਂਸੀ ਦੇ ਉੱਪਰ ਆਨਸਰ ਆਊਗਾ ਸਾਡਾ। ਤੁਸੀਂ 50 ਹਰਟਜ਼ ਫ੍ਰੀਕੁਐਂਸੀ ਨਾਲ ਪਹਿਲਾਂ ਇਹਦੀ ਸਿੰਕਰੋਨਸ ਸਪੀਡ ਕੱਢ ਲਿਓ, ਸਿੰਕਰੋਨਸ ਸਪੀਡ ਤੁਹਾਨੂੰ ਪਤਾ ਲੱਗ ਗਈ। ਫਿਰ ਸਿੰਕਰੋਨਸ ਸਪੀਡ ਕੱਢਣ ਤੋਂ ਬਾਅਦ 4% ਸਲਿੱਪ ਦੇ ਨਾਲ ਤੁਸੀਂ NR ਦਾ ਫਾਰਮੂਲਾ ਲਗਾ ਕੇ ਦੇਖ ਲਓ ਵੀ NR ਕਿੰਨਾ ਆਉਂਦਾ। ਜੇ ਤਾਂ NR ਇਹਦੇ ਨਾਲ ਮਿਲ ਗਿਆ 960 ਨਾਲ ਫਿਰ ਤਾਂ ਠੀਕ ਆ, ਨਹੀਂ ਤਾਂ ਤੁਹਾਨੂੰ ਕੋਈ ਹੋਰ ਫ੍ਰੀਕੁਐਂਸੀ ਭਰ ਕੇ ਦੇਖਣੀ ਪਊਗੀ ਫਿਰ। ਠੀਕ ਹੈ, ਇਹ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ। ਲਓ ਮੈਂ ਤੁਹਾਨੂੰ ਇੱਕ ਕੁਐਸਚਨ ਦਿੰਨਾਗਾ, ਉੱਥੇ ਦੇਖਿਓ, ਉੱਥੇ ਤੁਹਾਡਾ 50 ਹਰਟਜ਼ ਨਹੀਂ ਆਉਣਾ ਹੈਗਾ। ਦੇਖੋ ਧਿਆਨ ਨਾਲ, ਇਹ ਨਾ ਕੁਐਸਚਨ ਦੇਖ ਕੇ ਅੰਦਾਜ਼ਾ ਲੱਗ ਸਕਦਾ ਹੁੰਦਾ। ਮੰਨ ਲਓ ਹੁਣ ਮੈਂ ਤੁਹਾਨੂੰ ਕਿਹਾ ਹੁੰਦਾ ਵੀ ਤੁਹਾਡੇ ਕੋਲ ਇੱਕ ਮੋਟਰ ਹੈਗੀ, 6 ਪੋਲ ਦੀ ਮੋਟਰ ਹੈਗੀ, ਠੀਕ ਹੈ, 6 ਪੋਲ ਦੀ ਮੋਟਰ ਹੈਗੀ, ਅਤੇ ਇਹ ਜਿਹੜੀ ਮੋਟਰ ਹੈਗੀ ਇਹ ਚੱਲਦੀ ਪਈ ਹੈਗੀ 1160 RPM ਦੇ ਉੱਪਰ, ਇੱਦਾਂ ਕਿਹਾ ਹੋਇਆਗਾ। ਤਾਂ ਦੱਸੋ ਜੀ, ਕਹਿੰਦਾ ਜਿਹੜੀ ਸਾਡੀ ਇਹਦੀ ਜਿਹੜੀ ਫ੍ਰੀਕੁਐਂਸੀ ਹੋਏਗੀ ਉਹ 50 ਹਰਟਜ਼ ਹੋਏਗੀ ਕਿ 60 ਹਰਟਜ਼ ਹੋਏਗੀ। ਜਿਹੜੀ ਮੋਟਰ ਨੂੰ ਆਪਾਂ ਫ੍ਰੀਕੁਐਂਸੀ ਦਿੱਤੀ ਹੈ 6 ਪੋਲ ਦੀ ਮੋਟਰ ਨੂੰ, ਉਹ ਕਿੰਨੀ ਹੋਏਗੀ। ਹੁਣ ਸਾਨੂੰ ਇਹ ਗੱਲ ਤਾਂ ਪਤਾ ਵੀ ਜੇ 50 ਹਰਟਜ਼ ਫ੍ਰੀਕੁਐਂਸੀ ਹੋਵੇ ਤਾਂ 6 ਪੋਲ ਦੀ ਮੋਟਰ ਕਿੰਨੇ ਤੇ ਘੁੰਮਦੀ ਹੁੰਦੀ ਹੈਗੀ। ਜਿਹੜੀ ਤਾਂ ਸਿੰਕਰੋਨਸ ਫਲਕਸ ਆ ਉਹ ਫਲਕਸ ਸਾਡਾ 1000 RPM ਦੇ ਉੱਪਰ ਘੁੰਮਦਾ ਹੁੰਦਾ। ਤਾਂ ਇੱਥੋਂ ਹੀ ਗੱਲ ਤਾਂ ਪੱਕੀ ਆ, 1000 RPM ਦੇ ਉੱਪਰ ਜੇ ਫਲਕਸ ਘੁੰਮਦਾ ਮੋਟਰ ਇਹ ਤੋਂ ਥੱਲੇ ਥੱਲੇ ਘੁੰਮੋ। ਪਰ ਜਿਹੜੀ ਸਾਡੀ ਆ ਮੋਟਰ ਦੀ ਸਪੀਡ ਦਿੱਤੀ ਹੁੰਦੀ ਆ, ਇਹ ਦਿੱਤੀ ਹੋਈ ਆ ਜਿਹੜੀ, ਇਹ 1000 ਤੋਂ ਉੱਪਰ ਦਿੱਤੀ ਹੋਈ ਆ। ਇਹਦਾ ਮਤਲਬ ਪੱਕੀ ਗੱਲ ਆ ਵੀ ਇਹਦੀ ਸਿੰਕਰੋਨਸ ਸਪੀਡ 1160 ਤੋਂ ਵੱਧ ਹੋਊਗੀ, 1160 ਤੋਂ ਵੱਧ ਹੋਊਗੀ, ਇਹ ਗੱਲ ਪੱਕੀ ਆ। ਅਤੇ ਉਹ ਵੱਧ ਕਦੋਂ ਹੋਊਗੀ, ਜਦੋਂ ਸਾਡੀ ਫ੍ਰੀਕੁਐਂਸੀ ਅਸੀਂ ਵੱਧ ਦੇਵਾਂਗੇ। ਤਾਂ ਇਹ ਅੰਦਾਜ਼ਾ ਲਗਾ ਸਕਦੇ ਵੀ ਜੇ 1000 ਤੋਂ ਥੱਲੇ ਥੱਲੇ 6 ਪੋਲ ਦੀ ਮੋਟਰ ਵਾਸਤੇ ਤਾਂ 960 900, ਇਹ ਜਿਹੜੇ 1000 ਤੋਂ ਥੱਲੇ ਥੱਲੇ ਆਨਸਰ ਹੋਣਗੇ ਹਮੇਸ਼ਾ 50 ਹਰਟਜ਼ ਆਊਗਾ। ਅੱਛਾ, ਜੇ 6 ਪੋਲ ਦੀ ਮੋਟਰ ਹੋਵੇ ਅਤੇ ਜੇ ਸਾਡਾ ਆਨਸਰ ਹੋਵੇ 1000 ਤੋਂ 1200 ਦੇ ਵਿੱਚ ਫਿਰ ਸਾਡੇ ਕੋਲ 60 ਦਾ ਆਉਂਦਾ ਹੁੰਦਾ ਗਾ। ਠੀਕ ਹੈ, ਫਾਰਮੂਲਾ ਉਹੀ ਆ, ਬਸ ਤੁਸੀਂ ਭਰ ਕੇ ਦੇਖ ਲੈਣਾ ਗਾ। ਚਲੋ ਅੱਗੇ ਚੱਲਦੇ ਹਾਂ। 14 ਪੋਲ 60 ਹਰਟਜ਼ ਇੰਡਕਸ਼ਨ ਮੋਟਰ ਇੰਨੇ 'ਤੇ ਚੱਲ ਰਹੀ ਹੈ 975 ਦੇ, ਅਤੇ ਗਤੀ ਕਰਦੀ ਹੈ। ਚਲੋ ਇਸ ਦੀ ਅਵਸਥਾ ਵਿੱਚ ਸਲਿੱਪ ਕਿੰਨੀ ਹੋਵੇਗੀ। ਚਲੋ ਸਾਨੂੰ ਸਲਿੱਪ ਪੁੱਛੀ ਗਈ ਹੈ ਕਿ ਆਪਾਂ ਸਲਿੱਪ ਕੱਢਦੇ ਹਾਂ ਇਹਦੀ। ਚਲੋ ਸਭ ਕੁਝ ਸਾਨੂੰ ਨਵਾਂ ਦਿੱਤਾ ਹੋਇਆ, 120 F/PA। ਪਹਿਲਾਂ ਕਦੇ ਇਹੋ ਜਿਹਾ ਕੁਐਸਚਨ ਬਣਿਆ ਨਹੀਂ ਹੈਗਾ ਮੇਰੇ ਹਿਸਾਬ ਨਾਲ, ਤਾਂ ਇਹ ਕੁਐਸਚਨ ਹੀ ਗਲਤ ਹੋਊਗਾ। ਕੱਢ ਕੇ ਦੇਖ ਲੈਂਦੇ। 120 F ਸਾਡੀ ਹੈਗੀ ਹੈ 60, P ਸਾਡੀ ਹੈਗੀ 14। ਤਾਂ ਸਭ ਤੋਂ ਪਹਿਲਾਂ ਇੱਥੇ ਆ ਗਿਆ 7, ਇੱਥੇ ਆ ਗਿਆ 30। ਤਾਂ ਉਸ ਤੋਂ ਬਾਅਦ ਜੇ ਆਪਾਂ ਇਹਨੂੰ ਕਰਕੇ ਦੇਖਾਂਗੇ, ਜਦੋਂ ਆਪਾਂ ਇਹ ਫਾਰਮੂਲੇ ਦੇ ਵਿੱਚ ਪੁੱਟ ਕਰਦੇ ਨਾ, ਇੱਥੋਂ ਸਾਡੇ ਕੋਲ 514 ਆ ਰਿਹਾ ਹੈਗਾ ਆਨਸਰ। ਵੀ ਸਿੰਕਰੋਨਸ ਸਪੀਡ ਤਾਂ 514 ਗੀ, ਅਤੇ ਉਹਦੀ ਜਿਹੜੀ ਰੋਟਰ ਹੈ ਉਹ ਚੱਲ ਰਿਹਾ 975 'ਤੇ। ਇਹ ਚੀਜ਼ ਪੋਸੀਬਲ ਹੀ ਨਹੀਂ ਹੈਗੀ। ਇਹ ਇੱਥੇ 4 ਪੋਲ ਹੁੰਦਾ ਜਾਂ ਕੁਛ ਹੋਰ ਹੁੰਦਾ ਵੱਖਰੀ ਗੱਲ, 6 ਪੋਲ ਹੁੰਦਾ ਤਾਂ ਵੱਖਰੀ ਗੱਲ ਸੀਗੀ, ਪਰ ਇਹ ਪੋਸੀਬਲ ਹੀ ਨਹੀਂ ਹੈਗਾ। ਤਾਂ ਇਹ ਕੁਐਸਚਨ ਗਲਤ ਹੈਗਾ ਬੱਚੇ। ਆਪਾਂ ਗਲਤ ਕੁਐਸਚਨ ਦਾ ਪੰਗਾ ਨਹੀਂ ਲੈਣਾ, ਆਪਾਂ ਇਹ ਕੁਐਸਚਨ ਆਪਾਂ ਨਹੀਂ ਕਰਦੇ ਹੈਗੇ। ਜਦੋਂ ਕੁਐਸਚਨ ਹੀ ਗਲਤ, ਨਾ ਤਾਂ ਇਹਦੀ ਸਟੇਟਮੈਂਟ ਸਹੀ ਹੈਗੀ ਨਾ ਇਹਦੇ ਆਨਸਰ ਸਹੀ ਨੇਗੇ। ਠੀਕ ਹੈ, ਤਾਂ ਇਹ ਕੁਐਸਚਨ ਨਹੀਂ ਹੋਣਾ ਹੈਗਾ। ਮੈਂ ਤੁਹਾਨੂੰ ਇਹ ਕੁਐਸਚਨ ਦੇਖੋ, ਜਿਹੜੇ ਕੁਐਸਚਨ ਗਲਤ ਆ ਕਿ ਮੈਂ ਤੁਹਾਨੂੰ ਕਰਵਾ ਰਿਹਾ, ਉਹਦਾ ਕਾਰਨ ਸਿਰਫ ਇੱਕ ਹੀ ਹੈ, ਤਾਂ ਕਿ ਤੁਹਾਨੂੰ ਇਹ ਗੱਲ ਦਾ ਅਹਿਸਾਸ ਹੋ ਸਕੇ ਵੀ ਜੇ ਤੁਸੀਂ ਪੜ੍ਹਦੇ ਹੋਗੇ, ਪੜ੍ਹਨ ਵੇਲੇ ਜ਼ਰੂਰੀ ਨਹੀਂ ਹੈਗਾ ਵੀ ਕਿਤਾਬ ਦੇ ਵਿੱਚ ਹਰ ਗੱਲ ਸੱਚੀ ਲਿਖੀ ਹੋਊਗੀ। ਕਿਤਾਬ ਦੇ ਵਿੱਚ ਬਹੁਤ ਜ਼ਿਆਦਾ ਗਲਤੀਆਂ ਨੇਗੀਆਂ, ਕਿਉਂਕਿ ਪਹਿਲੀ ਵਾਰੀ ਕਿਤਾਬ ਛਾਪੀ ਆ ਆਬਜੈਕਟਿਵ ਟਾਈਪ, ਪਹਿਲੀ ਵਾਰੀ ਤੁਹਾਡਾ ਪੇਪਰ ਹੋ ਰਿਹਾ ITA ਵਾਲਿਆਂ ਦਾ, ਤਾਂ ਬਹੁਤ ਗਲਤੀਆਂ ਨੇਗੀਆਂ ਕਿਤਾਬਾਂ ਦੇ ਵਿੱਚ। ਤਾਂ ਇਸ ਚੀਜ਼ ਤੋਂ ਘਬਰਾਉਣਾ ਨਹੀਂ ਹੈਗਾ। ਜਿਹੜੇ ਕੁਐਸਚਨ ਤੁਹਾਡੇ ਸੌਖੇ ਹੁੰਦੇ ਉਹ ਕਰ ਲਿਆ ਕਰੋ, ਜਿਹੜੇ ਕੁਐਸਚਨ ਛੱਡਣ ਵਾਲੇ ਹੁੰਦੇ ਹੈਗੇ ਉਹ ਛੱਡ ਦਿਆ ਕਰੋ। ਵੈਸੇ ਜਿਹੜੇ ਬੱਚਿਆਂ ਨੇ ਕੋਰਸ ਲੈਤਾ ਹੋਇਆ, ਅਸੀਂ ਇਹ ਬੁੱਕਸ ਨੂੰ ਨਾ ਦਰੁਸਤ ਕਰਕੇ, ਸਹੀ ਕਰਕੇ ਵੀ ਆਹ ਕੁਐਸਚਨ ਕਰਨਾ, ਇਹ ਨਹੀਂ ਕਰਨਾ, ਉਹ ਪ੍ਰੋਪਰ ਅਸੀਂ PDF ਪ੍ਰੋਵਾਈਡ ਵੀ ਕਰ ਰਹੇ ਹਾਂਗੇ। ਜੇ ਕਿਸੇ ਨੇ ਸਾਡੇ ਨਾਲ ਕੰਟੈਕਟ ਕਰਨਾ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਨੰਬਰ ਹੈ 90564 43048। ਇਸ ਨੰਬਰ ਦੇ ਉੱਪਰ ਸਾਨੂੰ WhatsApp ਕਾਲ ਕਰ ਸਕਦੇ ਹੋ ਤੁਸੀਂ। ਠੀਕ ਹੈ ਬੱਚੇ, WhatsApp ਦੇ ਉੱਪਰ ਮੈਸੇਜ ਭੇਜ ਸਕਦੇ ਹੋ, ਤੁਹਾਨੂੰ ਜੋ ਵੀ ਤੁਹਾਡੀ ਇਨਕੁਆਇਰੀ ਹੋਵੇ ਅਸੀਂ ਦੱਸ ਦਾਂਗੇ। ਲਓ ਜੀ, ਅਗਲਾ ਕੁਐਸਚਨ ਦੇਖਦੇ ਆਂਗੇ ਆਪਾਂ। ਅਗਲੇ ਕੁਐਸਚਨ ਵੱਲ ਵੱਧਦੇ ਆਂਗੇ। ਅਗਲੇ ਕੁਐਸਚਨ ਦੇ ਵਿੱਚ ਕੀ ਕਿਹਾ, ਇੰਡਕਸ਼ਨ ਮੋਟਰ ਸਵੈ ਚਾਲਿਤ ਨਹੀਂ ਹੁੰਦੀ। ਗਲਤ ਗੱਲ ਹੈ, ਇੰਡਕਸ਼ਨ ਮੋਟਰ ਹਮੇਸ਼ਾ ਸਵੈ ਚਾਲਿਤ ਹੁੰਦੀ। ਵੀ ਆਪਾਂ ਜਦੋਂ ਵੀ ਆਪਾਂ ਸੁੱਚ ਦੱਬਦੇ ਆਂਗੇ ਮੋਟਰ ਚੱਲ ਪੈਂਦੀ ਹੈ ਨਾ, ਇਹਨੂੰ ਬਾਹਰਲੇ ਪਾਸੇ ਕਿਤੋਂ ਘੁਮਾਉਣ ਦੀ ਲੋੜ ਤਾਂ ਨਹੀਂ ਹੁੰਦੀ ਹੈਗੀ। ਜਿਵੇਂ ਇੰਜਨ ਹੈਗਾ, ਜਿਹੜਾ ਸਾਡੇ ਘਰੇ ਡੀਜ਼ਲ ਵਾਲਾ ਇੰਜਨ ਹੁੰਦਾ ਗਾ, ਉਹ ਸਵੈ ਚਾਲਿਤ ਨਹੀਂ ਹੁੰਦਾ ਹੈਗਾ, ਉਹਨੂੰ ਪਹਿਲਾਂ ਚਲਾਉਣਾ ਪੈਂਦਾ। ਸਾਡੇ ਮੋਟਰਸਾਈਕਲ ਨੇ ਸਵੈ ਚਾਲਿਤ ਨਹੀਂ ਹੁੰਦੇ, ਸੈਲਫ ਨਾਲ ਪਹਿਲਾਂ ਇਹਨਾਂ ਨੂੰ ਘੁਮਾਉਣਾ ਪੈਂਦਾ, ਫਿਰ ਚੱਲਦੇ ਹੈਗੇ ਇਹ। ਚਲੋ, ਉੱਚ ਬਲਾਪੂਰਨ ਘੂਣ ਦੇ ਨਾਲ ਸਵੈ ਚਾਲਿਤ ਹੁੰਦੀ ਹੈ। ਇਸ ਦਾ ਆਰੰਭਿਕ ਬਲਾ ਘੂਰਨ 0 ਹੁੰਦਾ ਹੈ। ਇੱਕ ਨਿਸ਼ਚਿਤ ਬਲਾ ਘੂਰਨ ਦੇ ਨਾਲ ਸਵੈ ਚਾਲਿਤ ਹੁੰਦੀ ਹੈ, ਜੋ ਕਿ ਦੀ ਤੁਲਨਾ ਨਾਲ ਘੱਟ ਹੁੰਦਾ ਹੈ। ਇਹ ਆਨਸਰ ਆ ਸਕਦਾ, ਇਹਦਾ D ਆਨਸਰ ਬਣੂਗਾ ਰਾਜੇ। ਇਹਦਾ D ਆਨਸਰ ਸਹੀ ਹੈਗਾ। ਇਹ ਕੀ ਕਹਿੰਦਾ, ਕਹਿੰਦਾ ਇੱਕ ਨਿਸ਼ਚਿਤ, ਜੇਕਰ ਮੋਟਰ ਦੇ ਉੱਪਰ ਆਪਾਂ ਇੱਕ ਫਿਕਸ ਲੋਡ ਪਾਵਾਂਗੇ, ਮੰਨ ਲਓ 20 HP ਦੀ ਮੋਟਰ ਹੈਗੀ, 10 HP ਲੋਡ ਪਿਆ ਹੋਊਗਾ, ਫਿਰ ਤਾਂ ਹੈਗੀ ਗੱਲ ਠੀਕ ਹੈ। ਨਿਸ਼ਚਿਤ ਮਤਲਬ ਫਿਕਸ, ਵੀ ਇਦੋਂ ਵੱਧ ਨਹੀਂ ਪਾ ਸਕਦੇ। ਇਹ ਨਹੀਂ ਹੈਗਾ 20 HP ਦੀ ਮੋਟਰ ਤੁਸੀਂ 40 HP ਪਾ ਦਿਓ, ਵੀ ਫਿਕਸ ਲੋਡ ਪਾਉਣਾ ਗਾ, ਉਹਦੇ ਨਾਲ ਸਵੈ ਚਾਲਿਤ ਹੁੰਦੀ ਹੈਗੀ, ਆਪਦੇ ਆਪ ਘੁੰਮਦੀ ਹੈਗੀ। ਠੀਕ ਹੈ ਜੀ। ਜੋ ਨਿਰਧਾਰਿਤ ਬਲਾ ਘੂਰਨ ਦੀ ਤੁਲਨਾ ਵਿੱਚ ਘੱਟ ਹੁੰਦਾ ਹੈ। ਮਤਲਬ ਕੀ ਹੈ ਨਿਰਧਾਰਿਤ ਦਾ, ਮਤਲਬ ਨਿਰਧਾਰਿਤ ਦਾ 20 HP ਹੈ ਨਾ,
ਤਾਂ 20 HP ਦੇ ਨੇੜੇ ਤੇੜੇ ਤੁਸੀਂ 18 HP ਪਾ ਲਓ, 15 HP ਪਾ ਲਓ, 10 HP ਪਾ ਲਓ, ਤਾਂ ਕਿ ਸਾਡੀ ਸੌਖੀ ਚੱਲ ਸਕੇ ਮੋਟਰ। ਠੀਕ ਹੈ ਜੀ, ਡੀ ਆਨਸਰ ਸਹੀ ਆ ਜੀ। ਸਲਿੱਪ ਰਿੰਗ ਇੰਡਕਸ਼ਨ ਮੋਟਰ ਨੂੰ ਕੀ ਕਿਹਾ ਜਾਂਦਾ ਹੈ? ਫੇਸ ਬਾਉਂਡ ਕਿਹਾ ਜਾਂਦਾ ਹੈ। ਆਪਾਂ ਦੇਖ ਲੈਂਦੇ ਹਾਂ, ਸਲਿੱਪ ਰਿੰਗ ਮੋਟਰ ਨੂੰ ਡੈਸ਼ ਵੀ ਕਿਹਾ ਜਾਂਦਾ ਹੈ। ਹਿਸਟੈਰਿਸਿਸ ਮੋਟਰ ਸਲਿੱਪ ਰਿੰਗ ਨੂੰ ਨਹੀਂ ਕਹਿੰਦੇ। ਅੱਗੇ ਮੋਟਰ ਨਹੀਂ ਹੁੰਦੀ ਹੈਗੀ। ਯੂਨੀਵਰਸਲ ਮੋਟਰ ਨਹੀਂ ਕਹਿੰਦੇ। ਆਹਾ ਬਾਉਂਡ ਮੋਟਰ, ਜਾਂ ਫਿਰ ਇਹਨੂੰ ਕਹਿੰਦੇ ਆਪਾਂ ਫੇਸ ਬਾਉਂਡ, ਫੇਸ ਬਾਉਂਡ ਮੋਟਰ ਕਹਿੰਦੇ ਆਪਾਂ। ਸੀ ਆਨਸਰ ਆਊਗਾ ਇਹਦਾ ਸਹੀ। ਠੀਕ ਹੈ ਜੀ। ਇੰਡਕਸ਼ਨ ਮੋਟਰ ਵਿੱਚ ਚੱਲ ਹਾਨੀਆਂ ਹੁੰਦੀਆਂ ਹਨ। ਚੱਲ ਹਾਨੀਆਂ ਵੀ ਜਦੋਂ ਚੱਲਦੀ ਆ ਮੋਟਰ ਉਦੋਂ ਕਿਹੜੇ ਲਾਸ ਹੁੰਦੇ ਹੈਗੇ? ਕਿਹੜੇ ਕਿਹੜੇ ਲਾਸ ਹੁੰਦੇ ਸਾਡੀ ਇੱਕ ਮੋਟਰ ਦੇ ਵਿੱਚ? ਠੀਕ ਹੈ ਜੀ। ਚੱਲ ਦਾ ਮਤਲਬ ਹੈਗਾ ਜਿਹੜੇ ਸਾਡੇ ਬਦਲਦੇ ਰਹਿੰਦੇ ਹੈਗੇ, ਬਦਲਦੇ ਆ ਜਿਹੜੇ। ਅਚਲ ਹੁੰਦਾ ਗਾ ਜਿਹੜੀ, ਜਿਵੇਂ ਆਪਾਂ ਕਹਿੰਦੇ ਚੱਲ ਪ੍ਰੋਪਰਟੀ ਤੇ ਅਚਲ ਪ੍ਰੋਪਰਟੀ। ਅਚਲ ਹੁੰਦੀ ਹੈ ਕਿ ਜਿਵੇਂ ਤੁਸੀਂ ਜ਼ਮੀਨ ਲਈ ਹੋਈ ਆ, ਉਹ ਅਚਲ ਆ, ਉਹ ਤੁਰਦੀ ਨਹੀਂ ਹੈਗੀ ਨਾ। ਪਰ ਜੇ ਮੋਟਰਸਾਈਕਲ ਹੈ, ਇਹ ਚੱਲ ਪ੍ਰੋਪਰਟੀ ਆ ਤੁਹਾਡੀ, ਹੈ ਨਾ। ਤਾਂ ਚੱਲ ਦਾ ਮਤਲਬ ਜਿਹੜੀ ਬਦਲਦੀ ਰਹਿੰਦੀ ਹੈਗੀ ਜਿਹੜੀ। ਆਇਰਨ ਹਾਰਨੀਆਂ ਕਦੇ ਨਹੀਂ ਬਦਲਦੀਆਂ, ਇਹ ਸੇਮ ਹੁੰਦੀਆਂ ਨੇਗੀਆਂ। ਕੋਰ ਲਾਸ ਵੀ ਉਸੇ ਨੂੰ ਕਹਿੰਦੇ ਹੈਗੇ। ਕਾਪਰ ਲਾਸ ਆ ਗਏ ਜਿਹੜੇ ਸਾਡੇ, ਇਹ ਬਦਲਦੇ ਰਹਿੰਦੇ ਆ, ਇਹ ਚੱਲ ਹਾਨੀਆਂ ਨੇਗੀਆਂ। ਠੀਕ ਹੈ ਜੀ, ਜਿਹੜੀਆਂ ਬਦਲਦੀਆਂ ਰਹਿੰਦੀਆਂ ਨੇਗੀਆਂ। ਚਲੋ ਅਗਲਾ ਕੁਐਸਚਨ ਦੇਖੋ ਜੀ। ਇੱਕ ਵਰਡ ਆਉਂਦਾ ਹੈਗਾ ਇਹਦੇ ਵਿੱਚ, ਕਰੋਲਿੰਗ। ਕਰੋਲਿੰਗ ਦਾ ਪੰਜਾਬੀ ਦੇ ਵਿੱਚ ਮਤਲਬ ਹੁੰਦਾ ਰੇਂਗਣਾ। ਰੇਂਗਣਾ ਪਤਾ ਕੀ ਹੁੰਦਾ? ਇੱਕ ਤਾਂ ਹੁੰਦੇ ਜਿਨ੍ਹਾਂ ਦੇ ਤਾਂ ਪੈਰ ਲੱਗੇ, ਲੱਤਾਂ ਲੱਗੀਆਂ ਹੁੰਦੀਆਂ ਨੇਗੀਆਂ ਪੰਛੀਆਂ ਦੇ, ਪਕਸ਼ੀਆਂ ਦੇ, ਐਨੀਮਲਸ ਦੇ। 4 ਲੱਤਾਂ ਵਾਲੇ ਜਿੰਨੇ ਵੀ ਸਾਡੇ ਪਕਸ਼ੀ ਨੇਗੇ, ਹੈ ਨਾ, ਉਹ ਜਿਨ੍ਹਾਂ ਦਾ 4 ਲੱਤਾਂ ਨੇ ਉਹ ਤੁਰਦੇ ਨੇਗੇ। ਠੀਕ ਹੈ, ਉਹ ਤੁਰਦੇ ਨੇਗੇ। ਪਰ ਜਿਹੜੇ ਹੈਗੇ ਨੇਗੇ, ਜਿਵੇਂ ਸੱਪ ਹੈਗਾ, ਸੱਪ ਤੁਰਦਾ ਨਹੀਂ ਹੈਗਾ ਰਾਜੇ, ਉਹ ਰੇਂਗਦਾ ਹੈਗਾ। ਉਹ ਹੇਠਾਂ ਧਰਤੀ ਨਾਲ ਰੇਂਗ ਕੇ ਚੱਲਦਾ। ਜਿਹੜੇ ਰੇਂਗਣ ਵਾਲੇ ਦੀ ਸਪੀਡ ਹਮੇਸ਼ਾ ਘੱਟ ਹੋਊਗੀ ਐਜ਼ ਕੰਪੇਅਰ ਟੂ ਜਿਹੜੇ ਚੱਲਦੇ ਨੇਗੇ। ਰੇਂਗਣ ਵਾਲੇ ਦੀ ਸਪੀਡ ਹਮੇਸ਼ਾ, ਤਾਂ ਮੋਟਰ ਕਰੋਲਿੰਗ ਕਰਨ ਲੱਗ ਜਾਂਦੀ ਹੈ, ਮਤਲਬ ਮੋਟਰ ਹੈ ਜਿਹੜੀ ਰੇਂਗਣ ਲੱਗ ਜਾਂਦੀ ਹੈ। ਰੇਂਗਣ ਲੱਗ ਜਾਂਦੀ ਮਤਲਬ ਸਪੀਡ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਇਹ ਮੋਟਰ ਦੇ ਵਿੱਚ ਕਦੇ ਕਦਾਈ ਹੋ ਜਾਂਦਾ ਗਾ। ਉਹ ਕਿਉਂ ਹੁੰਦਾ ਗਾ? ਜੇ ਬਾਈ ਚਾਂਸ ਸਾਡੇ ਕੋਲ ਜਿਹੜੇ ਸਟੇਟਰ ਦੇ ਸਲੋਟਸ ਨੇਗੇ, ਇਹਨਾਂ ਦੇ ਅੰਦਰਲੇ ਪਾਸੇ ਹਾਰਮੋਨਿਕਸ ਆ ਜਾਣ। ਇਹ ਕੀ ਹੁੰਦੀਆਂ, ਕਿਵੇਂ? ਟੌਪਿਕ ਤੁਹਾਡੇ ਆਈਟੀ ਦੇ ਨਾਲ ਰਿਲੇਟਡ ਬਿਲਕੁਲ ਨਹੀਂ ਆ। ਤੁਸੀਂ ਐਂ ਕਰ ਲਓ, ਪੰਜਾਬੀ ਦੇ ਵਿੱਚ ਡਿਸਟੋਰਸ਼ਨ ਆ ਜਾਣ। ਇੰਨਾ ਕਹਿ ਕੇ ਖਤਮ ਕਰ ਲੈਂਦੇ ਆਪਾਂ ਇਹ ਟੌਪਿਕ। ਆਪਾਂ ਇਹਨੂੰ ਬਾਹਲਾ ਨਹੀਂ ਪੜ੍ਹਦੇ, ਕਿਉਂਕਿ ਇਹ ਟੌਪਿਕ ਥੋੜ੍ਹਾ ਹਾਈ ਲੈਵਲ ਦਾ ਟੌਪਿਕ ਆ। ਇਹਦੇ ਵਿੱਚ ਹੁੰਦਾ ਕੀ ਆ, ਮੋਟਰ ਬਹੁਤ ਹੌਲੀ ਚੱਲਦੀ ਆ, ਤਾਂ ਮੋਟਰ ਦਾ ਨਿਰਧਾਰਿਤ ਗਤੀ ਤੋਂ ਜ਼ਿਆਦਾ ਨਹੀਂ ਚੱਲਦੀ, ਘੱਟ ਚੱਲਦੀ ਆ। ਪਹਿਲਾ ਆਨਸਰ ਨਹੀਂ ਹੈਗਾ। ਮੋਟਰ ਦੀ ਨਿਰਧਾਰਿਤ ਗਤੀ ਦਾ 10 ਤੋਂ 15% ਹੋਣਾ, ਇਹ ਆਨਸਰ ਸਹੀ ਹੋ ਸਕਦਾ ਹੈਗਾ। ਨਿਰਧਾਰਿਤ ਗਤੀ 'ਤੇ ਚੱਲਣਾ ਗਲਤ ਹੈਗਾ। ਮੋਟਰ ਦਾ ਪੂਰਨ ਭਾਰ 'ਤੇ ਚੱਲਣਾ। ਆਹ ਰਾਜੇ ਜ਼ਿਆਦਾਤਰ ਵੈਸੇ ਜਿਹੜਾ ਐਗਜ਼ੈਕਟ ਆਨਸਰ ਉਹ ਇਹ ਹੁੰਦਾ ਗਾ ਵੀ 7 ਗੁਣਾ ਸਪੀਡ ਘੱਟ ਰਹਿ ਜਾਂਦੀ ਹੈ। ਜੇ ਮੰਨ ਲਓ ਸਾਡੇ ਕੋਲ ਕੋਈ 1500 RPM ਦੀ ਮੋਟਰ ਆ, 7 ਨਾਲ ਡਿਵਾਈਡ ਕਰਾਂਗੇ, ਲਗਭਗ ਸਾਡਾ 200 ਤੋਂ ਉੱਪਰਲੇ ਪਾਸੇ ਆਊਗਾ ਇਹ। ਤਾਂ 7 ਗੁਣਾ ਸਪੀਡ ਘੱਟ ਜਾਂਦੀ ਹੈ ਕਰੋਲਿੰਗ ਦੇ ਅੰਦਰ, ਯਾਦ ਰੱਖਣਾ ਗਾ ਇਹ। ਤਾਂ DC ਸ਼ੰਟ ਮੋਟਰ ਦੇ ਖੇਤਰ ਫੀਲਡ ਵਿੱਚ ਦੇਖੋ ਬੱਚੇ, ਲਾਸਟ ਕੁਐਸਚਨ ਰਹਿ ਗਿਆ। ਇਸ ਤੋਂ ਬਿਨਾਂ ਮੈਂ ਤੁਹਾਨੂੰ ਕਹਿਣ ਲੱਗਿਆਗਾ। ਤਾਂ ਬੱਚੇ ਇਸ ਵੀਡੀਓ ਦੇ ਵਿੱਚ ਜੇ ਤੁਸੀਂ ਕੁਝ ਸਿੱਖ ਪਾ ਰਹੇ ਹੋਗੇ, ਤੁਸੀਂ ਕੁਝ ਅੱਧੇ ਪੌਣੇ ਘੰਟੇ ਦੇ ਵਿੱਚ ਕੁਝ ਨਵੀਆਂ ਗੱਲਾਂ ਸਿੱਖੀਆਂ ਨੇਗੀਆਂ, ਤਾਂ ਮੇਰੀ ਰਿਕੁਐਸਟ ਹੈ ਵੀ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਕਿਉਂਕਿ ਵੀਡੀਓਜ਼ ਨੂੰ ਬਣਾਉਣ ਦੇ ਵਿੱਚ ਬਹੁਤ ਮਿਹਨਤ ਦੀ ਪਿੱਛੇ ਇਹਦੀ ਲੋੜ ਹੁੰਦੀ ਹੈਗੀ। ਤਾਂ ਜੇ ਤੁਸੀਂ ਮੋਟੀਵੇਸ਼ਨ ਦਿੰਦੇ ਰਹੋਗੇ ਲਾਈਕਸ ਦੀ, ਤਾਂ ਅਸੀਂ ਤੁਹਾਡੇ ਲਈ ਵੀਡੀਓ ਜ਼ਰੂਰ ਬਣਾਉਂਦੇ ਰਹਾਂਗੇ। ਠੀਕ ਹੈ ਜੀ। ਚਲੋ ਅਗਲਾ ਕੁਐਸਚਨ ਦੇਖਦੇ ਹਾਂਗੇ। DC ਸ਼ੰਟ ਮੋਟਰ ਦੇ ਫੀਲਡ ਵਿੱਚ AC ਸਪਲਾਈ ਦੇਣ 'ਤੇ ਉਤਪੰਨ ਚੁੰਬਕੀ ਫੀਲਡ ਕੀ ਹੋਵੇਗਾ? ਫਿਰ ਮੈਂ ਬਣਾ ਦਿੰਦਾ ਤੁਹਾਡੇ ਵਾਸਤੇ ਇੱਕ ਸ਼ੰਟ ਮੋਟਰ ਬਣਾਉਣ ਲੱਗਿਆਗਾ ਮੈਂ। ਆਹ ਹੈਗਾ ਸਾਡਾ ਫੀਲਡ, ਆਹ ਹੈਗਾ ਸਾਡਾ ਆਰਮੇਚਰ। ਉਹਨੇ ਸ਼ੰਟ ਵਿੱਚ ਕਿਹਾ ਤਾਂ ਦੋਨੇ ਆਪਸ ਦੇ ਵਿੱਚ ਹੋਣਗੇ ਪੈਰਲ 'ਚ। ਹੁਣ ਜੇ ਅਸੀਂ ਇੱਥੇ DC ਸਪਲਾਈ ਦੇਵਾਂਗੇ ਤਾਂ ਇਹਨਾਂ ਜਿਹੜੇ ਪੋਲ ਹੋਣਗੇ, ਇਹਨਾਂ ਦੇ ਵਿੱਚ ਫਿਕਸ ਫਲਕਸ ਬਣੂਗੀ ਵੀ ਇੱਕ ਜਿਹੜਾ ਪੋਲ ਆਗਾ ਸਾਡਾ, ਜਿਹੜਾ ਇੱਦਾਂ ਕਰਕੇ ਇੱਕ ਨਾਰਥ ਪੋਲ ਹੋਊਗਾ, ਇੱਕ ਸਾਊਥ ਪੋਲ ਹੋਊਗਾ, ਇੱਕ ਨਾਰਥ ਪੋਲ ਹੋਊਗਾ, ਇੱਕ ਸਾਊਥ ਪੋਲ ਹੋਊਗਾ। ਪਰ ਜੇ ਤੁਸੀਂ ਸਪਲਾਈ AC ਦੇਤੀ ਤਾਂ ਜਦੋਂ ਪੋਜ਼ਿਟਿਵ ਸਪਲਾਈ ਆਇਆ ਕਰੂ, ਜਿਹੜੇ ਨਾਰਥ ਸੀਗੇ ਨੈਗੇਟਿਵ ਸਪਲਾਈ ਵੇਲੇ ਉਹ ਸਾਰੇ ਨਾਰਥ ਸਾਊਥ ਬਣ ਜਾਇਆ ਕਰਨਗੇ, ਸਾਰੇ ਨਾਰਥ ਜਿਹੜੇ ਸਾਊਥ ਆ ਗਏ ਉਹ ਨਾਰਥ ਬਣ ਜਾਇਆ ਕਰਨਗੇ, ਪੁੱਠਾ ਹੋ ਜਾਇਆ ਕਰੂਗਾ। ਤਾਂ ਮਤਲਬ ਉਸ ਵੇਲੇ ਕੀ ਹੋਏਗਾ, ਸਾਡਾ ਜਿਹੜੇ ਫੀਲਡ ਹੈਗਾ ਜਿਹੜਾ ਸਾਡਾ ਉਹ ਬਦਲਣ ਲੱਗ ਜਾਊਗਾ, ਉਹ ਸੇਮ ਨਹੀਂ ਰਹਿਣਾ, ਪ੍ਰਤਿਆਵਰਤੀ ਹੋ ਜਾਵੇਗਾ, ਉਹ ਬਦਲਣ ਲੱਗ ਜਾਊਗਾ। ਜਦੋਂ ਪੋਜ਼ਿਟਿਵ ਸਪਲਾਈ ਆਈ ਤਾਂ ਜਿਹੜੇ ਨਾਰਥ ਆ ਗਏ ਉਹ ਨਾਰਥ ਹੋਣਗੇ, ਜਦੋਂ ਨੈਗੇਟਿਵ ਸਪਲਾਈ ਆਊਗੀ ਨਾਰਥ ਵਾਲੇ ਸਾਊਥ ਬਣ ਜਾਣਗੇ, ਸਾਊਥ ਵਾਲੇ ਨਾਰਥ ਬਣ ਜਾਣਗੇ। ਤਾਂ ਮੋਟਰ ਹੈਗੀ ਜਿਹੜੀ ਸਾਡੀ ਉਹ ਕੀ ਹੋਏਗੀ, ਉਹ ਘੁੰਮੇਗੀ, ਪਰ ਉਹਦੇ ਅੰਦਰਲੇ ਪਾਸੇ ਪੂਰਾ ਜਿਹੜਾ ਟਾਰਕ ਆ ਉਹ ਬਣ ਨਹੀਂ ਪਾਉਣਾ ਹੈਗਾ ਜਿੰਨਾ ਮੋਟਰ ਦੇ ਵਿੱਚ DC ਵੇਲੇ ਬਣਦਾ ਹੈਗਾ। ਆਹ ਕੁਐਸਚਨ ਤੁਹਾਡੇ ਪਹਿਲਾਂ ਹੋਏ ਗਏ ਸੀਗੇ। ਤਾਂ ਬੱਚੋ ਕਿਵੇਂ ਲੱਗੀ ਸਾਡੀ ਵੀਡੀਓ ਇਹ ਤੁਸੀਂ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਣਾ ਹੈਗਾ, ਕਿਉਂਕਿ ਤੁਹਾਡੇ ਕਮੈਂਟਸ ਤਾਂ ਸਾਨੂੰ ਬਹੁਤ ਇੰਤਜ਼ਾਰ ਹੁੰਦਾ, ਤੁਹਾਡੇ ਤੋਂ ਵੀ ਸਿੱਖਣ ਨੂੰ ਸਾਨੂੰ ਬਹੁਤ ਕੁਝ ਮਿਲਦਾ ਹੈਗਾ।
ਕੀ ਕਮੀਆਂ ਨੇਗੀਆਂ, ਇਸ ਕੋਰਸ ਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ, ਕੀ ਤੁਹਾਡੇ ਲਈ ਵੀਡੀਓ ਦੇ ਵਿੱਚ ਨਵਾਂ ਲੈ ਕੇ ਆ ਸਕਦੇ ਹਾਂਗੇ, ਵੀਡੀਓ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਜੇ ਵੀਡੀਓ ਸਾਡੀ ਲਾਈਕ ਕੀਤੀ ਹੈਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।